ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਇਸ ਵੀਡੀਓ ਦੇ ਵਿੱਚ ਆਪਾਂ ਸਤੰਬਰ ਮੰਥ ਦੇ ਸੈਕੰਡ ਵੀਕ ਦੇ MCQs ਕਰਨੇ ਆ। ਇਸ ਤੋਂ ਪਹਿਲਾਂ ਫਸਟ ਵੀਕ ਦੇ ਜਿਹੜੇ ਸਤੰਬਰ ਦੇ MCQs ਆਲਰੇਡੀ ਚੈਨਲ ਉੱਤੇ ਅਪਲੋਡਡ ਨੇ। ਅਗਸਤ ਮੰਥ ਦੇ ਸਾਰੇ ਕਰੰਟ ਅਫੇਅਰਸ ਤੇ ਹੁਣ ਤੱਕ ਦੀ ਡੇਟ ਦੇ ਸਤੰਬਰ ਤੱਕ ਦੇ ਕਰੰਟ ਅਫੇਅਰਸ ਵੀ ਚੈਨਲ ਦੇ ਉੱਤੇ ਅਪਲੋਡ ਹੈ। ਠੀਕ ਹੈ, ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ, ਉਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖ ਲਿਓ ਤੇ ਮੇਕ ਸ਼ੋਰ ਕਿ ਜਿਹੜੀ ਤੁਹਾਡੀ ਰਿਵੀਜ਼ਨ ਹੈਗੀ ਉਹ ਵਧੀਆ ਤਰੀਕੇ ਨਾਲ ਹੋ ਰਹੀ ਹੈ, ਹੈ ਨਾ। ਇਸ ਦੇ ਵਿੱਚ ਆਪਾਂ ਸੈਕੰਡ ਵੀਕ ਦੇ MCQ ਕਰਨੇ ਆ। ਸੈਕੰਡ ਵੀਕ ਵੈਸੇ ਆਪਣਾ ਸਾਰਾ ਕੰਪਲੀਟ ਹੋ ਚੁੱਕਿਆ ਹੈ। ਇਸ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੀ ਰਿਵੀਜ਼ਨ ਹੈ ਜਿਹੜੀ ਕਿੰਨੀ ਕੁ ਬੈਟਰ ਵੇ ਨਾਲ ਹੋ ਰਹੀ ਹੈ ਨਾ। ਤੇ ਇੱਕ ਕੰਮ ਕਰਿਓ, ਜਿੰਨੇ ਵੀ ਕੁਐਸਚਨਸ ਅਟੈਂਪਟ ਕਰੋਗੇ ਉਹਦੇ ਆਨਸਰਸ ਪਹਿਲਾਂ ਵੀਡੀਓ ਨੂੰ ਪੌਜ਼ ਕਰਕੇ ਖੁਦ ਲਾਣੇ ਆ। ਐਂਡ ਦੇ ਉੱਤੇ ਮੈਨੂੰ ਆਨਸਰ ਸ਼ੇਅਰ ਆਪਣੇ ਮਾਰਕਸ ਸ਼ੇਅਰ ਕਰਕੇ ਜਾਈਓ ਕਿ ਤੁਹਾਡੇ ਕਿੰਨੇ ਮਾਰਕਸ ਬਣੇ। ਠੀਕ ਹੈ, ਤੇ ਮਾਰਕਸ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਕੇ ਜਾਈਓ। ਓਕੇ ਜੀ, ਵਿਦਆਊਟ ਵੇਸਟਿੰਗ ਐਨੀ ਟਾਈਮ ਆਪਾਂ ਕੰਟੀਨਿਊ ਕਰਦੇ ਆਪਣਾ ਸੈਸ਼ਨ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਹੈ ਉਹ ਕੀ ਹੈ, ਪੈਂਗ ਲੈਬਸਹੋਲ ਫੈਸਟੀਵਲ ਹੈ ਜਿਹੜਾ ਪੈਂਗ ਲੈਬਸਹੋਲ ਫੈਸਟੀਵਲ ਰੀਸੈਂਟਲੀ ਸੈਲੀਬ੍ਰੇਟਡ ਬਾਈ ਵਿਚ ਸਟੇਟ। ਇਹ ਜਿਹੜਾ ਫੈਸਟੀਵਲ ਹੈ ਰੀਸੈਂਟਲੀ ਕਿਹੜੀ ਸਟੇਟ ਦੁਆਰਾ ਮਨਾਇਆ ਗਿਆ? ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੇਘਾਲਿਆ ਜਾਂ ਫਿਰ ਸਿੱਕਿਮ। ਹਾਂਜੀ, ਪਹਿਲਾਂ ਖੁਦ ਇਹਦਾ ਆਨਸਰ ਸੋਚਣਾ, ਕੋਈ ਵੀ ਆਨਸਰ ਪਹਿਲਾਂ ਨਹੀਂ ਦੇਖਣਾ, ਸਾਰੇ ਐਂਡ ਦੇ ਉੱਤੇ ਕਮੈਂਟ ਦੇ ਵਿੱਚ ਮੈਨੂੰ ਆਪਣੇ ਮਾਰਕਸ ਦੱਸ ਕੇ ਜਾਈਓ। ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ ਡੀ, ਸਿੱਕਿਮ। ਸਿੱਕਿਮ ਦੇ ਵਿੱਚ ਰੀਸੈਂਟਲੀ ਇਹ ਜਿਹੜਾ ਫੈਸਟੀਵਲ ਹੈ ਮਨਾਇਆ ਗਿਆ। ਇਹਦੇ ਬਾਰੇ ਥੋੜ੍ਹੀ ਜਿਹੀ ਅਦਰ ਇਨਫੋਰਮੇਸ਼ਨ ਕਰ ਲੈਂਦੇ ਹਾਂ। ਤਿਬੇਤੀਅਨ ਕੈਲੰਡਰ ਹੈ ਜਿਹੜਾ, ਤਿਬੇਤੀਅਨ ਕੈਲੰਡਰ ਦੇ ਸੈਵਨਥ ਮੰਥ ਦੇ 15th ਡੇ 'ਤੇ ਮਨਾਇਆ ਜਾਂਦਾ ਇਹ। ਠੀਕ ਹੈ, ਇਹਨੂੰ ਯਾਦ ਰੱਖਣਾ। ਉੱਥੋਂ ਦਾ ਜਿਹੜਾ ਦੇਵਤਾ ਉਹਦੇ ਸਨਮਾਨ ਦੇ ਵਿੱਚ ਮਨਾਇਆ ਜਾਂਦਾ। ਮਾਊਂਟੇਨ ਗੋਡ ਕਹਿੰਦੇ ਆ ਉਹਨੂੰ, ਮਾਊਂਟੇਨ ਗੋਡ ਜਾਂ ਫਿਰ ਪਰਬਤ ਦੇਵਤਾ ਵੀ ਕਹਿ ਸਕਦੇ ਹੋ ਤੁਸੀਂ। ਉਹਨਾਂ ਦੇ ਸਨਮਾਨ ਦੇ ਵਿੱਚ ਇਹ ਮਨਾਇਆ ਜਾਂਦਾ। ਕਲੀਅਰ ਹੈ। ਅੱਛਾ, ਸਿੱਕਿਮ ਦੀ ਜੇ ਮੈਂ ਸਟੈਟਿਕ ਪੋਰਸ਼ਨ ਦੀ ਗੱਲ ਕਰਾਂ ਤਾਂ ਕੈਪੀਟਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕੀ ਹੈ ਇਹਦੀ, ਗੈਂਗਟੋਕ। ਠੀਕ ਹੈ ਜੀ। CM ਦਾ ਨਾਮ ਕੀ ਹੈ? ਪ੍ਰੇਮ ਸਿੰਘ ਤਾਮੰਗ। ਠੀਕ ਹੈ, ਇਹਨੂੰ ਯਾਦ ਰੱਖ ਲਿਓ। ਗਵਰਨਰ ਦਾ ਨਾਮ ਕੀ ਹੈ? ਗੰਗਾ ਪ੍ਰਸਾਦ। ਗਵਰਨਰ ਕੌਣ ਹੈ ਜੀ? ਗੰਗਾ ਪ੍ਰਸਾਦ। ਤੇ ਹਾਈ ਕੋਰਟ ਦੇ ਚੀਫ ਜਸਟਿਸ, ਹਾਈ ਕੋਰਟ ਦੇ ਚੀਫ ਜਸਟਿਸ ਕੌਣ ਹੈ? ਅਰੂਪ ਕੁਮਾਰ ਗੋਸਵਾਮੀ। ਦੇਖੋ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਹਾਈ ਕੋਰਟ ਦੇ ਚੀਫ ਜਸਟਿਸ ਮਿਲ ਜਾਣਗੇ, ਤਾਂ ਇੱਥੋਂ ਹੀ ਯਾਦ ਕਰ ਲੈਣੇ ਨੇ। ਆਪਾਂ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਨਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਦੀ, ਤਾਂ ਉੱਥੇ ਤਾਂ ਯਾਦ ਤੁਹਾਨੂੰ ਹੋਣਗੇ ਹੀ ਹੋਣਗੇ, ਬਟ ਜਿਹੜੇ ਸਟੇਟਸ ਦੇ ਰੈਂਡਮਲੀ ਆ ਰਹੇ ਨੇ ਇਹ ਵੀ ਯਾਦ ਕਰ ਲਓ ਤੁਸੀਂ। ਠੀਕ ਹੈ, ਤਾਂ ਕਿ ਤੁਹਾਡੀ ਹੋਰ ਵੀ ਬੈਟਰ ਵੇ ਨਾਲ ਰਿਵੀਜ਼ਨ ਹੋ ਸਕੇ। ਨੈਕਸਟ ਕੁਐਸਚਨ ਕੀ ਹੈ, ਵਿਚ ਸਟੇਟ ਗਵਰਨਮੈਂਟ ਰੀ-ਲਾਂਚ ਸਵਯਮ ਸਕੀਮ। ਕਿਹੜੀ ਸਟੇਟ ਗਵਰਨਮੈਂਟ ਹੈ ਜਿਹਨੇ ਰੀਸੈਂਟਲੀ ਸਵਯਮ ਸਕੀਮ ਲਾਂਚ ਕੀਤੀ ਹੈ? ਸਵਯਮ ਸਕੀਮ ਕਿਹਨੇ ਲਾਂਚ ਕੀਤੀ ਹੈ? ਤ੍ਰਿਪੁਰਾ, ਅਸਮ, ਮਿਜ਼ੋਰਮ ਤੇ ਮੇਘਾਲਿਆ। ਹਾਂਜੀ, ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ ਬੀ, ਅਸਮ। ਅਸਮ ਨੇ ਰੀਲਾਂਚ ਕੀਤੀ ਹੈ। ਅੱਛਾ, ਇਹਦੀ ਫੁੱਲ ਫਾਰਮ ਵੀ ਹੈਗੀ ਹੈ। ਫੁੱਲ ਫਾਰਮ ਕੀ ਹੈ ਇਹਦੀ? ਸਵਾਮੀ ਵਿਵੇਕਾਨੰਦ ਅਸਮ ਯੂਥ ਇੰਪਾਵਰਮੈਂਟ। ਠੀਕ ਹੈ, ਸਵਾਮੀ ਵਿਵੇਕਾਨੰਦ ਅਸਮ ਯੂਥ ਇੰਪਾਵਰਮੈਂਟ ਇਹ ਸਕੀਮ ਦਾ ਨਾਮ ਹੈ। ਅੱਛਾ, ਇਹ ਬੇਸਿਕਲੀ ਯੂਥ ਲਈ ਹੈ। ਠੀਕ ਹੈ, 2 ਲੱਖ ਦੇ ਕਰੀਬ ਲੋਕ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾਣਗੇ। ਆਪਣੇ ਆਪ ਨੂੰ ਇੰਡੀਪੈਂਡੈਂਟ ਬਣਾਉਣ ਲਈ ਹੈ, ਯੂਥ ਨੂੰ ਇੰਡੀਪੈਂਡੈਂਟ ਬਣਾਉਣ ਲਈ ਕਿ ਕਿਸੇ ਦੇ ਉੱਤੇ ਉਹ ਡਿਪੈਂਡ ਨਾ ਕਰਨ, ਉਹਨਾਂ ਨੂੰ ਖੁਦ ਦਾ ਬਿਜ਼ਨਸ ਸਟਾਰਟ ਕਰ ਸਕਣਗੇ। ਇਸ ਤਰੀਕੇ ਨਾਲ ਉਹਨਾਂ ਨੂੰ 50,000 ਤੱਕ ਦੀ ਫੰਡਿੰਗ ਵੀ ਕੀਤੀ ਜਾਊਗੀ। ਠੀਕ ਹੈ, ਇਹ ਹੋ ਗਿਆ ਇਸ ਸਕੀਮ ਤੋਂ। ਅੱਛਾ, ਅਸਮ ਦੀ ਜੇ ਆਪਾਂ ਸਟੈਟਿਕ ਪੋਰਸ਼ਨ ਦੀ ਗੱਲ ਕਰੀਏ ਤਾਂ ਇਹ ਕੀ ਹੈ ਜੀ? ਅਸਮ ਦੀ ਕੈਪੀਟਲ ਕੀ ਹੈ? ਦਿਸਪੁਰ। ਦਿਸਪੁਰ। CM ਦਾ ਨਾਮ ਕੀ ਹੈ ਜੀ? ਸਰਬਾਨੰਦ ਸੋਨੋਵਾਲ। ਕਿਸੇ ਦਾ ਕਮੈਂਟ ਆਇਆ ਸੀ ਮੈਨੂੰ ਕਿ ਮੈਮ ਸਟੇਟ ਵਾਈਜ਼ ਕਰਵਾ ਦਿਓ ਤੁਸੀਂ। ਦੇਖੋ ਹੁਣ ਜਿਹੜੀਆਂ ਆਪਾਂ ਸਟੇਟਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀ, MCQ 'ਚ ਵੀ, ਉਹ ਸਟੇਟ ਵਾਈਜ਼ ਤੁਹਾਨੂੰ ਸਾਰਾ ਕੁਝ ਕਵਰ ਹੋ ਹੀ ਜਾਊਗਾ। ਠੀਕ ਹੈ, ਬਟ ਉੱਥੇ ਆਪਾਂ ਇੱਕ ਸੀਕੁਐਂਸ ਵਾਈਜ਼ ਹੀ ਕਰਾਂਗੇ। ਸਟੇਟ ਵਾਈਜ਼ ਵੈਸੇ ਮੈਂ ਤੁਹਾਨੂੰ ਰੈਂਡਮਲੀ ਨਿਊਜ਼ ਦੇ ਵਿੱਚ ਵੀ ਕਰਾ ਰਹੀ ਹਾਂ। ਠੀਕ ਹੈ, ਉੱਥੋਂ ਨੋਟ ਕਰ ਲਿਓ। ਗਵਰਨਰ ਹੈਗੇ ਆ ਜੀ ਇਹਦੇ ਪ੍ਰੋਫੈਸਰ ਜਗਦੀਸ਼ ਮੁਖੀ। ਠੀਕ ਹੈ, ਓਕੇ। ਗੁਹਾਟੀ ਹਾਈ ਕੋਰਟ ਦੇ ਅੰਡਰ ਆਉਂਦਾ ਇਹ, ਗੁਹਾਟੀ ਹਾਈ ਕੋਰਟ ਦੇ ਅੰਡਰ ਆਉਂਦਾ। ਮੈਂ ਤੁਹਾਨੂੰ ਕਾਫੀ ਵਾਰੀ ਗੁਹਾਟੀ ਹਾਈ ਕੋਰਟ ਬਾਰੇ ਦੱਸਿਆ। ਤਾਂ ਇਹਦੇ ਜਿਹੜੇ ਚੀਫ ਜਸਟਿਸ ਹੈ ਉਹਨਾਂ ਦਾ ਨਾਮ ਕੀ ਹੈ ਜੀ? ਅਜੇ ਲਾਂਬਾ। ਕਲੀਅਰ ਹੈ। ਹਜੇ ਕੱਲ੍ਹ ਹੀ ਤੁਹਾਨੂੰ ਗੁਹਾਟੀ ਬਾਰੇ ਕਰਵਾਇਆ ਸੀਗਾ। ਚਲੋ ਜੀ, ਨੈਕਸਟ ਦੇ ਉੱਤੇ ਚੱਲਦੇ ਹਾਂ। ਨੈਕਸਟ ਕੁਐਸਚਨ ਕੀ ਹੈ ਆਪਣਾ? Question is ATM cardless cash withdrawal facility recently launched by which bank? ATM ਜਿਹੜੀ ਕਾਰਡਲੈਸ ਕੈਸ਼ ਵਿਦਡਰਾਅਲ ਫੈਸਿਲਿਟੀ ਹੈ, ਠੀਕ ਹੈ, ਇਹ ਕਿਹੜੇ ਬੈਂਕ ਨੇ ਰੀਸੈਂਟਲੀ ਲਾਂਚ ਕੀਤੀ ਹੈ? ਯੈਸ ਬੈਂਕ ਨੇ, ਐਕਸਿਸ ਬੈਂਕ ਨੇ, RBL ਬੈਂਕ ਨੇ ਜਾਂ ਫਿਰ ਕੋਟਕ ਮਹਿੰਦਰਾ ਬੈਂਕ ਨੇ। ਹਾਂਜੀ, ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ ਸੀ, RBL ਬੈਂਕ ਨੇ ਹੀ ਰੀਸੈਂਟਲੀ ਲਾਂਚ ਕੀਤੀ ਹੈ। ਕਿਹਦੇ ਨਾਲ ਸਮਝੌਤਾ ਕੀਤਾ ਇਹਦੇ ਲਈ? ਇੰਪੇਜ਼ ਪੇਮੈਂਟ
ਪੇਮੈਂਟ ਸਿਸਟਮ ਨਾਲ ਸਮਝੌਤਾ ਕੀਤਾ ਇਹਦੇ ਲਈ, ਠੀਕ ਹੈ। ਆਰਬੀਐਲ ਬੈਂਕ ਤੋਂ ਜੇ ਆਪਾਂ ਸਟੈਟਿਕ ਇਨਫੋਰਮੇਸ਼ਨ ਦੀ ਗੱਲ ਕਰੀਏ 1943 ਦੇ ਵਿੱਚ ਇਹ ਫਾਰਮ ਹੋਇਆ। ਮੁੰਬਈ ਦੇ ਵਿੱਚ ਕੀ ਹੈ ਇਹਦਾ ਹੈੱਡਕੁਆਟਰ, ਇਹਦੇ ਐਮਡੀ ਤੇ ਸੀਈਓ ਹੈਗੇ ਵਿਸ਼ਵਾ ਵੀਰ ਆਹੂਜਾ। ਕੌਣ ਹੈ ਜੀ? ਵਿਸ਼ਵਾ ਵੀਰ ਆਹੂਜਾ। ਇਹ ਸਾਰਾ ਕੁਝ ਯਾਦ ਰੱਖ ਲਿਓ ਇਹਦੇ ਤੋਂ, ਕਲੀਅਰ ਹੈ। ਅੱਛਾ, ਜਿਹੜੇ ਸਾਰੇ ਦੇ ਸਾਰੇ ਬੈਂਕਸ ਹੈ ਨਾ, ਇਹਨਾਂ ਸਭ ਦੇ ਹੈੱਡਕੁਆਟਰਸ ਮੁੰਬਈ 'ਚ ਹੈ। ਇਹ ਚਾਰੋਂ ਬੈਂਕਸ ਦੇ ਹੈੱਡਕੁਆਟਰ ਹੈ ਮੁੰਬਈ ਦੇ ਵਿੱਚ ਹੈ। ਅੱਛਾ, ਹੋਰ ਕਿਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਆਉਂਦਾ? ਇਸ ਤੋਂ ਇਲਾਵਾ ਆ ਜਾਊਗਾ ਆਪਣਾ HDFC ਬੈਂਕ ਦਾ, SBI ਦਾ, ਸੇਬੀ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ, ਨਾਬਾਰਡ ਦਾ ਵੀ ਹੈੱਡਕੁਆਟਰ ਇੱਥੇ ਹੀ ਹੈ। ਓਕੇ, ਇਸ ਤੋਂ ਇਲਾਵਾ ਆਪਣਾ ਆ ਜਾਊਗਾ ICICI ਬੈਂਕ ਦਾ ਵੀ ਇੱਥੇ ਹੀ ਹੈ, ਠੀਕ ਹੈ। ਤਾਂ ਇਹਨਾਂ ਸਭ ਦੇ ਹੈੱਡਕੁਆਟਰਸ ਵੀ ਇੱਥੇ ਹੀ ਹੈ। RBI ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਦਾ ਹੈੱਡਕੁਆਟਰ ਵੀ ਇੱਥੇ ਹੀ ਹੈ, ਠੀਕ ਹੈ। ਤਾਂ ਇਹ ਸਾਰੇ ਦੇ ਸਾਰੇ ਤੁਸੀਂ ਯਾਦ ਰੱਖਣੇ ਆ। ਨੈਕਸਟ ਉੱਤੇ ਚੱਲਦੇ ਹਾਂ। ਨੈਕਸਟ ਕੁਐਸਚਨ ਕੀ ਹੈ? ਹੂ ਰੋਡ ਦੀ ਬੁੱਕ ਇਨਵਰਟੋਨੋਮਿਕਸ? ਇਨਵਰਟੋਨੋਮਿਕਸ ਨਾਮ ਦੀ ਬੁੱਕ ਹੈ, ਕਿਹਨੇ ਲਿਖੀ ਹੈ? ਗੁਰਮੀਤ ਸਿੰਘ ਚੌਹਾਨ ਜਾਂ ਫਿਰ ਗੁਰਪ੍ਰੀਤ ਸਿੰਘ ਚੌਹਾਨ। ਇਹਦਾ ਜਿਹੜਾ ਕਰੈਕਟ ਆਨਸਰ ਹੈ ਜੀ ਦੈਟ ਇਜ਼ ਆਪਸ਼ਨ ਨੰਬਰ C, ਗੁਰਮੀਤ ਸਿੰਘ ਚੌਹਾਨ ਦੀ ਬੁੱਕ ਹੈ ਇਨਵਰਟੋਨੋਮਿਕਸ। ਇਹਦੇ ਵਿੱਚ ਇੰਡੀਆ ਦੀਆਂ 8 ਵੱਡੀਆਂ ਪ੍ਰੋਬਲਮਸ ਬਾਰੇ ਦੱਸਿਆ ਹੋਇਆ ਅਤੇ ਉਹਨਾਂ 8 ਪ੍ਰੋਬਲਮਸ ਨੂੰ ਸੌਰਟ ਆਊਟ ਕਰਨ ਦੇ ਲਈ ਆਈਡੀਆਜ਼ ਵੀ ਦਿੱਤੇ ਹੋਏ ਨੇ, ਮਤਲਬ ਟਰਾਂਸਫਾਰਮ ਕਰਨ ਦੇ ਆਈਡੀਆਜ਼ ਵੀ ਇਹਦੇ ਵਿੱਚ ਗਿਵਨ ਹੈ, ਠੀਕ ਹੈ। ਤਾਂ ਇਹ ਬੁੱਕ ਤੁਸੀਂ ਯਾਦ ਰੱਖਣੀ ਹੈ। ਨੈਕਸਟ ਕੀ ਹੈ? ਰੀਸੈਂਟਲੀ ਇਟਾਲੀਅਨ ਗ੍ਰੈਂਡ ਪ੍ਰਿਕਸ 2020 ਫਾਰਮੂਲਾ 1 ਰੇਸ ਹੈ ਜਿਹੜੀ, ਉਹ ਜਿੱਤੀ ਕਿਹਨੇ ਹੈ, ਹੈ ਨਾ, ਵੌਨ ਕਿਹਨੇ ਕੀਤੀ ਹੈ? ਕਾਰਲੋਸ ਸੈਂਜ, ਲੈਂਸ ਸਟ੍ਰੋਲ, ਲੇਵਿਸ ਹੈਮਿਲਟਨ, ਪਿਏਰੀ ਗੈਸਲੀ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ D, ਪਿਏਰੀ ਗੈਸਲੀ। ਇਹਨਾਂ ਨੇ ਵਿਨ ਕੀਤਾ ਇਹ, ਤੁਸੀਂ ਯਾਦ ਰੱਖਣਾ। ਦੇਖੋ ਨੇਮ ਤੁਸੀਂ ਇਹਨਾਂ ਦਾ ਪਹਿਲੀ ਵਾਰ ਹੀ ਸੁਣਿਆ ਹੋਊਗਾ, ਤਾਂ ਇਹਨਾਂ ਨੇ ਫਸਟ ਟਾਈਮ ਹੀ ਵਿਨ ਕੀਤਾ। ਅੱਛਾ, ਸੈਕਿੰਡ ਨੰਬਰ 'ਤੇ ਕੌਣ ਹੈ ਜੀ? ਇਹ ਹੈਗੇ ਸੈਕਿੰਡ ਨੰਬਰ 'ਤੇ ਇਹ ਹੈਗੇ ਥਰਡ ਨੰਬਰ 'ਤੇ ਲੇਵਿਸ ਹੈਮਿਲਟਨ ਦਾ ਰੈਂਕ ਹੈਗਾ 7th ਨੰਬਰ ਦਾ। ਅੱਛਾ, ਤੁਸੀਂ ਸੋਚੋਗੇ ਲੇਵਿਸ ਹੈਮਿਲਟਨ ਇਹਨਾਂ ਪਿੱਛੇ ਕਿਉਂ ਰਹਿ ਗਏ? ਕਿਉਂਕਿ ਇਹਨਾਂ 'ਤੇ ਪੈਨਲਟੀ ਲੱਗੀ ਸੀ ਸਟਾਪ ਐਂਡ ਗੋ ਦੀ ਪੈਨਲਟੀ ਲੱਗੀ ਸੀ 10 ਸੈਕਿੰਡ ਦੀ, ਠੀਕ ਹੈ। ਉਹਦੇ ਕਰਕੇ ਹੀ ਇਹ ਮਤਲਬ ਕਾਫੀ ਪਿੱਛੇ ਰਹਿ ਗਏ। ਇਸ ਸੀਜ਼ਨ ਦੀਆਂ 8 ਰੇਸਿਸ ਦੇ ਵਿੱਚੋਂ 5 ਕਿਹਨਾਂ ਨੇ ਜਿੱਤੀਆਂ? ਲੇਵਿਸ ਹੈਮਿਲਟਨ ਨਹੀਂ ਜਿੱਤੀਆਂ। ਉਹਨਾਂ 5 ਰੇਸਿਸ ਦੀ ਗੱਲ ਕਰ ਲੈਂਦੇ ਹਾਂ ਜਿਹੜੀਆਂ ਇਹਨਾਂ ਨੇ ਵਿਨ ਕੀਤੀਆਂ ਨੇ, ਨੋਟ ਕਰ ਲਓ ਧਿਆਨ ਦੇ ਨਾਲ। ਬ੍ਰਿਟਿਸ਼ ਗ੍ਰੈਂਡ ਪ੍ਰਿਕਸ, ਸਟੇਰੀਅਨ ਗ੍ਰੈਂਡ ਪ੍ਰਿਕਸ, ਸਪੇਨ ਗ੍ਰੈਂਡ ਪ੍ਰਿਕਸ, ਬੈਲਜੀਅਮ ਗ੍ਰੈਂਡ ਪ੍ਰਿਕਸ ਐਂਡ ਨੈਕਸਟ ਹੈ ਜੀ ਹੰਗਰੀਅਨ ਗ੍ਰੈਂਡ ਪ੍ਰਿਕਸ, ਠੀਕ ਹੈ। ਇਹ ਵੀ ਇਹਨਾਂ ਨੇ ਹੀ ਵਿਨ ਕੀਤੀ ਸੀ। ਅੱਛਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਰੇਸਿਸ ਹੋਈਆਂ ਨੇਗੀਆਂ ਜਿਹੜੀ ਕਿਸੇ ਹੋਰ ਨੇ ਵਿਨ ਕੀਤੀਆਂ ਹੋਣ, ਉਹਨਾਂ ਬਾਰੇ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਵਾਲਟੇਰੀ ਬੋਟਾਸ ਨੇ ਕਿਹੜੀ ਜਿੱਤੀ ਹੈ? ਇੱਥੇ ਨਹੀਂ ਦਿੱਤਾ ਹੋਇਆ। ਵਾਲਟੇਰੀ ਬੋਟਾਸ, ਇਹਨਾਂ ਨੇ ਕਿਹੜੀ ਰੇਸ ਵਿਨ ਕੀਤੀ ਹੈ? ਆਸਟਰੀਅਨ ਗ੍ਰੈਂਡ ਪ੍ਰਿਕਸ। ਇਹ ਆਸਟ੍ਰੇਲੀਅਨ ਨਹੀਂ ਹੈ ਜੀ, ਆਸਟਰੀਅਨ ਹੈ, ਠੀਕ ਹੈ। ਆਸਟਰੀਅਨ ਗ੍ਰੈਂਡ ਪ੍ਰਿਕਸ ਇਹਨਾਂ ਨੇ ਵਿਨ ਕੀਤੀ ਹੈ। ਅੱਛਾ, ਮੈਕਸ ਵਰਸਟੈਪਨ ਨੇ ਕਿਹੜੀ ਕੀਤੀ ਹੈ? 70th ਐਨੀਵਰਸਰੀ ਵਾਲੀ ਸੀਗੀ ਨਾ ਜਿਹੜੀ ਰੇਸ, ਉਹ ਇਹਨਾਂ ਨੇ ਵਿਨ ਕੀਤੀ ਹੈ, ਕਲੀਅਰ ਹੈ। ਸਾਰੀ ਦੀਆਂ ਸਾਰੀਆਂ ਰੇਸਿਸ ਆ ਜਿਹੜੀਆਂ ਡਿਸਕਸ ਇੱਥੇ ਹੋ ਗਈਆਂ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਕੀ ਹੈ? ਵਿਚ ਸਿਟੀ ਇਜ਼ ਡਿਕਲੇਅਰਡ ਐਜ਼ ਫਸਟ ਵਰਲਡ ਵਾਰ 2 ਹੈਰੀਟੇਜ ਸਿਟੀ ਬਾਈ ਡੋਨਲਡ ਟਰੰਪ? ਡੋਨਲਡ ਟਰੰਪ ਦੁਆਰਾ ਕਿਹੜੀ ਸਿਟੀ ਨੂੰ ਫਸਟ ਵਰਲਡ ਵਾਰ 2 ਹੈਰੀਟੇਜ ਸਿਟੀ ਦੇ ਤੌਰ 'ਤੇ ਡਿਕਲੇਅਰ ਕੀਤਾ ਗਿਆ? ਵਿਲਿੰਗਟਨ ਹੈ, ਨਿਊਯਾਰਕ ਹੈ, ਕੈਲੀਫੋਰਨੀਆ ਜਾਂ ਫਿਰ ਵਾਸ਼ਿੰਗਟਨ DC ਹੈ। ਤਾਂ ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ A, ਵਿਲਿੰਗਟਨ। ਇਹਨੂੰ ਹੀ ਡਿਕਲੇਅਰ ਕੀਤਾ ਗਿਆ US ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੁਆਰਾ। ਅੱਛਾ, ਇਹ ਕਦੋਂ ਡਿਕਲੇਅਰ ਕੀਤਾ ਗਿਆ? ਸੈਕਿੰਡ ਵਰਲਡ ਵਾਰ ਦੀ ਸਮਾਪਤੀ ਦੀ ਜਿਹੜੀ 75th ਐਨੀਵਰਸਰੀ ਦੇ ਉੱਤੇ ਹੀ ਇਹਨੂੰ ਡਿਕਲੇਅਰ ਕੀਤਾ ਗਿਆ, ਉੱਤੇ ਸਮਾਰੋਹ ਸੀਗਾ, ਉੱਥੇ ਅਨਾਊਂਸ ਕੀਤਾ, ਠੀਕ ਹੈ। ਅੱਛਾ, ਵਿਲਿੰਗਟਨ ਦੇ ਵਿੱਚ ਇੱਕ ਸ਼ਿਪ ਬਿਲਡਿੰਗ ਸਾਈਟ ਸੀ, ਠੀਕ ਹੈ। ਇਸ ਸਾਈਟ ਦੇ ਵਿੱਚ ਮਤਲਬ ਕਿ ਇਸ ਸਾਈਟ ਦੇ ਉੱਤੇ 5 ਸਾਲਾਂ ਦੇ ਵਿੱਚ 243 ਸ਼ਿਪਸ ਦਾ ਇਹਨੇ ਨਿਰਮਾਣ ਕਰਕੇ ਦਿੱਤਾ, ਠੀਕ ਹੈ, ਸੈਕਿੰਡ ਵਰਲਡ ਵਾਰ 2 ਦੇ ਡਿਊਰਿੰਗ, ਜਿਹਦੇ ਕਰਕੇ ਇਹਨੂੰ ਇਹ ਜਿਹੜਾ ਦਰਜਾ ਹੈ ਮਿਲਿਆ, ਠੀਕ ਹੈ, ਤਾਂ ਹੀ ਕਰਕੇ ਡਿਕਲੇਅਰ ਕੀਤਾ। ਅੱਛਾ, ਇਸ ਤੋਂ ਇਲਾਵਾ ਜੇ ਆਪਾਂ ਸਟੈਟਿਕ ਪੋਰਸ਼ਨ ਦੀ ਗੱਲ ਕਰੀਏ, ਅਮਰੀਕਾ ਦੀ ਕੈਪੀਟਲ ਤੁਹਾਨੂੰ ਸਭ ਨੂੰ ਪਤਾ ਕੀ ਹੈ? ਵਾਸ਼ਿੰਗਟਨ DC ਹੈ, ਹੈ ਨਾ। ਵਾਸ਼ਿੰਗਟਨ DC ਤੋਂ ਆਪਾਂ ਹੋਰ ਕੀ ਯਾਦ ਰੱਖ ਸਕਦੇ ਹਾਂ? 3 ਚੀਜ਼ਾਂ ਦੇ ਹੈੱਡਕੁਆਟਰਸ, ਵਰਲਡ ਬੈਂਕ ਦਾ ਹੈੱਡਕੁਆਟਰ, IMF ਦਾ ਹੈੱਡਕੁਆਟਰ ਅਤੇ ਨਾਸਾ ਦਾ ਹੈੱਡਕੁਆਟਰ। ਇਹ ਤੁਹਾਨੂੰ ਮੈਂ ਕਿਉਂ ਕਰਾਇਆ ਸਟੈਟਿਕ ਪੋਰਸ਼ਨ ਦੇ ਵਿੱਚ ਹੈੱਡਕੁਆਟਰਸ? ਕਿਉਂਕਿ ਕਰੰਟ ਅਫੇਅਰ ਦੇ ਵਿੱਚ ਆਉਂਦੇ ਰਹਿੰਦੇ ਆ, ਤਾਂ ਤੁਹਾਡੀ ਰਿਵੀਜ਼ਨ ਹੁੰਦੀ ਰਹੂਗੀ। ਦੇਖੋ ਵਾਸ਼ਿੰਗਟਨ DC ਕਿੰਨੇ ਵਾਰੀ ਆ ਗਿਆ, ਹੈ ਨਾ। ਅੱਛਾ, ਕੈਪੀਟਲ ਤਾਂ ਹੋ ਗਿਆ ਆਪਣਾ। ਅਤੇ ਆਪਣੀ ਕਰੰਸੀ ਦੀ ਜੇ ਗੱਲ ਕਰੀਏ, ਇਹਦੀ ਕਰੰਸੀ ਹੈਗੀ ਅਮਰੀਕਾ ਦੀ ਡਾਲਰ ਹੈ। ਇੱਥੋਂ ਦੀ ਜਿਹੜੀ ਸੰਸਦ ਦਾ ਨਾਮ ਕੀ ਹੈ ਜੀ? ਕਾਂਗਰਸ ਹੈ। ਡੋਨਾਲਡ ਟਰੰਪ ਇੱਥੋਂ ਦੇ ਕੀ ਨੇ? ਪ੍ਰੈਜ਼ੀਡੈਂਟ ਨੇ। ਕਿੰਨਵੇਂ ਨੰਬਰ ਦੇ ਨੇ? 45ਵੇਂ ਨੰਬਰ ਦੇ ਆ। ਇਹਨਾਂ ਦੀ ਜਿਹੜੀ ਪਾਰਟੀ ਆ ਉਹ ਕਿਹੜੀ ਹੈ? ਰਿਪਬਲਿਕਨ ਪਾਰਟੀ, ਠੀਕ ਹੈ। ਇਹ ਸਾਰਾ ਕੁਝ ਤੁਸੀਂ ਇਹਦੇ ਤੋਂ ਯਾਦ ਰੱਖ ਸਕਦੇ ਹੋ, ਕਲੀਅਰ ਹੈ ਜੀ। ਨੈਕਸਟ 'ਤੇ ਚੱਲਦੇ ਹਾਂ। ਵੋਡਾਫੋਨ ਆਈਡੀਆ ਰੀਨੇਮਡ ਐਜ਼, ਵੋਡਾਫੋਨ ਆਈਡੀਆ ਨੇ ਆਪਣੇ ਆਪ ਨੂੰ ਰੀਨੇਮ ਕੀਤਾ, ਕਿਵੇਂ, ਕਿਸ ਨਾਮ ਨਾਲ ਰੀਨੇਮ ਕੀਤਾ? ਵੋਡਾਫੋਨ V ਆਈਡੀਆ, VI ਜਾਂ ਫਿਰ ਨਨ ਆਫ ਥੀਸ। ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ C, V, ਇੱਦਾਂ, ਠੀਕ ਹੈ।
ਇਹਦੇ ਨਾਲ ਕੀਤਾ ਹੈ। ਦੇਖੋ ਸਾਰਾ ਕੁਝ ਕੈਪੀਟਲ 'ਚ ਹੈ ਨਾ, ਤਾਂ ਆਪਣੇ ਆਪ ਇਹ ਵੀ ਕੈਪੀਟਲ 'ਚ ਹੋ ਗਿਆ, ਤਾਂ ਮੈਂ ਤੁਹਾਨੂੰ ਲਿਖ ਕੇ ਦੱਸਤਾ ਇਸ ਤਰੀਕੇ ਨਾਲ ਕੀਤਾ। ਓਕੇ ਆ, ਯਾਦ ਰੱਖਿਓ। ਹੁਣ ਜਿਹੜੀ ਵੀ ਨਵੀਂ ਆਊਗੀ ਨਾ, ਕੁਛ ਵੀ ਇਹਨਾਂ ਦਾ ਨਵਾਂ ਆਊਗਾ ਪ੍ਰੋਡਕਟ, ਉਹਦੇ ਉੱਤੇ ਇਹ ਲੋਗੋ ਹੋਊਗਾ। ਅੱਛਾ, ਇਹ ਤੋਂ ਹੋਰ ਕੀ ਤੁਸੀਂ ਯਾਦ ਰੱਖ ਸਕਦੇ ਹੋ, ਜਿਹੜਾ ਵੋਡਾਫੋਨ ਤੇ ਆਈਡੀਆ ਇਹ ਮਰਜ ਹੋਏ ਸੀ 2018 ਦੇ ਵਿੱਚ, ਯਾਦ ਰੱਖ ਲਿਓ। ਅੱਛਾ, VI ਦੇ ਜੇ ਮੈਂ ਚੇਅਰਮੈਨ ਦੀ ਗੱਲ ਕਰਾਂ ਤਾਂ ਕੌਣ ਹੈ? ਕੁਮਾਰ ਮੰਗਲਮ ਬਿਰਲਾ। ਕੌਣ ਹੈ ਜੀ? ਕੁਮਾਰ ਮੰਗਲਮ ਬਿਰਲਾ। ਇਹਨਾਂ ਦਾ ਨਾਮ ਯਾਦ ਰੱਖ ਲਈਏ। CEO ਦੀ ਜੇ ਆਪਾਂ ਗੱਲ ਕਰੀਏ ਕੌਣ ਹੈ? ਰਵਿੰਦਰ ਠੱਕਰ। ਰਵਿੰਦਰ ਠੱਕਰ। ਤਾਂ ਸਾਰੇ ਦੇ ਸਾਰੇ ਨਾਮ ਤੁਸੀਂ ਯਾਦ ਰੱਖਣੇ ਆ। ਤੋਂ ਨੈਕਸਟ ਕੁਐਸਚਨ ਕੀ ਹੈ? ਵਿਚ ਸਟੇਟਸ CM ਰੀਸੈਂਟਲੀ ਫਲੈਗ ਆਫ COVID-19 ਵਿਜੇ ਰਥ। ਕਿਹੜੀ ਸਟੇਟ ਦੇ CM ਨੇ ਰੀਸੈਂਟਲੀ ਵਿਜੇ ਰਥ ਨੂੰ ਫਲੈਗ ਆਫ ਕੀਤਾ? COVID-19 ਵਿਜੇ ਰਥ। ਹਾਂਜੀ, ਆਪਸ਼ਨ ਨੰਬਰ A ਗੁਜਰਾਤ, ਦੈਨ ਮਹਾਰਾਸ਼ਟਰ, ਦੈਨ ਪੰਜਾਬ ਐਂਡ ਲਾਸਟ ਵਨ ਇਜ਼ ਕਰਨਾਟਕਾ। ਅਤੇ ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ A ਗੁਜਰਾਤ। ਗੁਜਰਾਤ ਦੇ CM। ਹਾਂਜੀ, ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਕੌਣ ਹੈ? ਵਿਜੇ ਰੂਪਾਨੀ। ਇਹਨਾਂ ਨੇ ਹੀ ਕੀ ਕੀਤਾ? ਫਲੈਗ ਆਫ ਕੀਤਾ ਜਿਹੜਾ ਆਪਣਾ ਵਿਜੇ ਰਥ ਹੈ। ਠੀਕ ਹੈ, COVID-19 ਦੇ ਰਿਗਾਰਡਿੰਗ ਇਹ ਅਵੇਅਰਨੈਸ ਫੈਲਾਊਗਾ, ਜਾਗਰੂਕਤਾ ਫੈਲਾਊਗਾ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹਨੂੰ ਕੀ ਹੈ 5 ਜ਼ਿਲ੍ਹਿਆਂ ਤੋਂ ਰਵਾਨਾ ਕੀਤਾ ਗਿਆ। ਹੌਲੀ ਹੌਲੀ ਬਾਕੀ ਦੇ ਏਰੀਆਜ਼ ਵੀ ਇਹ ਕਵਰ ਕਰੂਗਾ। ਗੁਜਰਾਤ ਤੋਂ ਹੋਰ ਕੀ ਯਾਦ ਰੱਖ ਸਕਦੇ ਹੋ ਤੁਸੀਂ? ਗੁਜਰਾਤ ਤੋਂ ਯਾਦ ਰੱਖ ਸਕਦੇ ਹੋ ਕਿ ਸਭ ਤੋਂ ਵੱਧ ਜਿਹੜੀ ਕੋਸਟਲ ਲਾਈਨ ਹੈ ਨਾ, ਸਭ ਤੋਂ ਲਾਰਜੈਸਟ ਉਹ ਇਹਦੀ ਹੀ ਹੈ। ਅਤੇ ਗਿਰ ਨੈਸ਼ਨਲ ਪਾਰਕ ਹੈ ਜਿਹੜਾ, ਉਹ ਵੀ ਕੀ ਹੈ? ਗੁਜਰਾਤ ਦੇ ਵਿੱਚ ਹੀ ਹੈ। ਤਾਂ ਸਾਰੇ ਪੁਆਇੰਟ ਯਾਦ ਰੱਖਣੇ ਆ ਗੁਜਰਾਤ ਤੋਂ। ਨੈਕਸਟ ਚੱਲਦੇ ਹਾਂ। ਅੱਛਾ, ਪੰਜਾਬ ਤੋਂ ਇੱਕ ਚੀਜ਼ ਯਾਦ ਰੱਖ ਲਿਓ, ਆਈ ਰਖਵਾਲੀ ਐਪ ਪੰਜਾਬ ਨੇ ਰੀਸੈਂਟਲੀ ਲਾਂਚ ਕੀਤਾ ਹੈ ਨਾ। ਤਾਂ ਨੈਕਸਟ ਕੁਐਸਚਨ ਹੈ ਆਪਣਾ, ਹੂ ਰੀਸੈਂਟਲੀ ਸਕਸੈਸਫੁਲੀ ਟੈਸਟਡ ਸਕਰੈਮਜਟ ਟੈਕਨੋਲੋਜੀ ਫॉर ਹਾਈਪਰਜ਼ੋਨਿਕ ਮਿਜ਼ਾਈਲਸ। ਹਾਈਪਰਜ਼ੋਨਿਕ ਮਿਜ਼ਾਈਲਸ ਲਈ ਰੀਸੈਂਟਲੀ ਕਿਹਨੇ ਸਕਰੈਮਜਟ ਟੈਕਨੋਲੋਜੀ ਨੂੰ ਟੈਸਟ ਸਕਸੈਸਫੁਲੀ ਕੀਤਾ? ਇਹਦਾ ਆਪਸ਼ਨ ਹੈ ਕਿ ਕਰੈਕਟ ਆਨਸਰ ਦੱਸੋ। ਇਸਰੋ ਹੈ, DRDO ਹੈ, ਬਾਰਕ ਜਾਂ ਫਿਰ ਨਨ ਆਫ ਦੀਸ। ਹਾਂਜੀ, ਇਹਦਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ B DRDO। ਠੀਕ ਹੈ, DRDO ਨੇ ਹੀ ਕੀਤਾ। HSTDV ਇਹਦਾ ਸਫਲਤਾਪੂਰਵਕ ਹੈ ਜਿਹੜਾ ਪ੍ਰੀਖਣ ਕੀਤਾ ਹੈ ਨਾ। ਇਹਦੀ ਫੁੱਲ ਫਾਰਮ ਵੀ ਹੈਗੀ ਹੈ, ਕੀ ਹੈ? ਹਾਈਪਰਜ਼ੋਨਿਕ ਟੈਕਨੋਲੋਜੀ ਡੈਮੋਸਟ੍ਰੇਸ਼ਨ ਵਹੀਕਲ। ਡੈਮੋਸਟ੍ਰੇਸ਼ਨ ਵਹੀਕਲ ਇਹਦੀ ਫੁੱਲ ਫਾਰਮ ਹੈ। ਠੀਕ ਹੈ, ਇਹ ਵੀ ਯਾਦ ਰੱਖ ਲਿਓ। ਇਹ ਸਾਰਾ ਕੁਛ ਯਾਦ ਰੱਖਣਾ। ਅੱਛਾ, ਇਹਨੂੰ ਕਿੱਥੋਂ ਕੀਤਾ ਟੈਸਟ? APJ ਅਬਦੁਲ ਕਲਾਮ ਲਾਂਚ ਕੰਪਲੈਕਸ ਉੜੀਸਾ, ਉੱਥੋਂ ਕੀਤਾ ਹੈ। ਅੱਛਾ, ਇਹ ਟੈਸਟ ਕਰਨ ਦੇ ਨਾਲ ਹੀ ਜਿਹੜਾ ਇੰਡੀਆ ਨਾ ਉਹ ਗਿਣੀਆਂ ਚੁਣੀਆਂ ਕੰਟਰੀਜ਼ ਦੇ ਵਿੱਚ ਆ ਗਿਆ ਜਿਨ੍ਹਾਂ ਕੋਲ ਇਹ ਟੈਕਨੋਲੋਜੀ ਹੈਗੀ ਹੈ। ਕਿਹਦੇ ਕੋਲ ਹੈ? US, ਰਸ਼ੀਆ, ਚਾਈਨਾ ਤੋਂ ਬਾਅਦ ਚੌਥੇ ਨੰਬਰ 'ਤੇ ਆ ਗਿਆ ਜੀ ਆਪਣਾ ਇੰਡੀਆ। ਠੀਕ ਹੈ, ਇਹ ਵੀ ਯਾਦ ਇਹਦੇ ਤੋਂ ਤੁਸੀਂ ਰੱਖ ਸਕਦੇ ਹੋ। ਠੀਕ ਹੈ ਜੀ। DRDO ਕਦੋਂ ਬਣਿਆ? 1 ਜਨਵਰੀ 1958 ਨੂੰ। 1 ਜਨਵਰੀ 'ਚ ਹੀ ਬਣਿਆ ਨੀਤੀ ਆਯੋਗ, ਬਟ ਉਹ 2015 ਦੇ ਵਿੱਚ ਹੈ। ਠੀਕ ਹੈ। ਅੱਛਾ, ਹੈੱਡਕੁਆਟਰ ਤੁਹਾਨੂੰ ਪਤਾ ਹੀ ਇਹਦਾ ਨਿਊ ਦਿੱਲੀ ਦੇ ਵਿੱਚ ਹੈ। ਚੇਅਰਮੈਨ ਕੌਣ ਹੈ ਇਹਦੇ? G ਸਤੀਸ਼ ਰੈਡੀ। ਅੱਛਾ, G ਸਤੀਸ਼ ਰੈਡੀ ਨੂੰ ਰੀਸੈਂਟਲੀ ਐਕਸਟੈਂਸ਼ਨ ਮਿਲੀ, ਇਹਨਾਂ ਦਾ ਟਾਈਮ ਪੀਰੀਅਡ ਵਧਾਤਾ। ਤਾਂ ਇਹ ਸਾਰੇ ਪੁਆਇੰਟ DRDO ਤੋਂ ਯਾਦ ਰੱਖ ਲਿਓ। ਅੱਛਾ, ਇਸਰੋ ਵੀ ਆਇਆ ਇਹਦੇ ਵਿੱਚ ਇੰਪੋਰਟੈਂਟ। ਇਸਰੋ ਦਾ ਹੈੱਡਕੁਆਟਰ ਕਿੱਥੇ ਹੈ? ਬੈਂਗਲੁਰੂ ਦੇ ਵਿੱਚ ਹੈ ਨਾ। 1969 ਦੇ ਵਿੱਚ ਇਸਰੋ ਬਣਿਆ ਸੀ ਅਤੇ K ਸਿਵਨ ਕੀ ਨੇ ਇਹਦੇ ਚੇਅਰਮੈਨ ਹੈ। ਕਲੀਅਰ ਹੈ ਜੀ, ਸਾਰਾ ਕੁਛ ਇਹ ਤੋਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ ਆਪਣਾ, ਰੀਸੈਂਟਲੀ ਵਿਚ ਫੇਮਸ ਪਟੀਸ਼ਨਰ ਹੂ ਐਡਵੋਕੇਟਡ ਔਨ ਦੀ ਪ੍ਰੀਐਂਬਲ ਆਫ ਕੌਂਸਟੀਟਿਊਸ਼ਨ ਪਾਸਡ ਅਵੇ। ਰੀਸੈਂਟਲੀ ਕਹਿੰਦੇ ਕਿਹੜੇ ਪਟੀਸ਼ਨਰ ਨੇ ਜਿਨ੍ਹਾਂ ਨੇ ਕੌਂਸਟੀਟਿਊਸ਼ਨ ਦੇ ਪ੍ਰੀਐਂਬਲ ਦੇ ਉੱਤੇ ਪਟੀਸ਼ਨ ਦਾਇਰ ਕੀਤੀ ਸੀ। ਠੀਕ ਹੈ, ਅਤੇ ਉਹਨਾਂ ਦੀ ਡੈਥ ਹੋ ਗਈ ਹੈ। ਸਵਾਮੀ ਕੇਸ਼ਵਾਨੰਦ ਭਾਰਤੀ ਹੈ, ਸਵਾਮੀ ਕੇਸ਼ਵਨਾਥ ਹੈ, ਗੋਕੁਲ ਦਾਸ ਹੈ ਜਾਂ ਫਿਰ ਨਨ ਆਫ ਦੀਸ ਹੈ। ਹਾਂਜੀ, ਇਹਦਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ A ਸਵਾਮੀ ਕੇਸ਼ਵਾਨੰਦ ਭਾਰਤੀ। ਠੀਕ ਹੈ, ਨਾਮ ਬਹੁਤ ਇੰਪੋਰਟੈਂਟ ਹੈ। ਇਹਨਾਂ ਦਾ ਕੀ ਬੈਕਗਰਾਊਂਡ ਸੀਗਾ? ਦੇਖੋ, ਇਹ ਨਾ ਜਿਵੇਂ ਕੇਰਲ ਦੇ ਵਿੱਚ ਮੱਠਾਂ ਹੁੰਦੀਆਂ ਨੇ ਨਾ, ਜਿਵੇਂ ਆਪਣੇ ਮੰਦਰ ਗੁਰਦੁਆਰੇ ਹੁੰਦੇ ਨੇ, ਪਵਿੱਤਰ ਸਥਾਨ ਹੁੰਦਾ ਉਹ ਵੀ ਹੈ ਨਾ, ਉਹਨਾਂ ਦੇ ਹੀ ਮੁਖੀ ਸੀਗੇ। ਅਤੇ ਸਟੇਟ ਗਵਰਨਮੈਂਟ, ਕੇਰਲਾ ਦੀ ਸਟੇਟ ਗਵਰਨਮੈਂਟ ਨੇ ਇੱਕ ਮਤਲਬ ਕੀ ਹੈ ਬਿੱਲ ਪਾਸ ਕੀਤਾ, ਲਾਈਕ ਕਿ ਜਿਹੜੇ ਕੇਰਲਾ ਦੀ ਉਹ ਮੱਠ ਸੀ ਉਹਦੀ ਪ੍ਰੋਪਰਟੀ ਦੇ ਉੱਤੇ ਉਹਨਾਂ ਦਾ ਹੱਕ ਹੈ ਨਾ। ਮੈਂ ਤੁਹਾਨੂੰ ਡਿਟੇਲ ਸਮਝਾਇਆ ਸੀ ਜਦੋਂ ਵੀਡੀਓ ਕਰਾਈ ਸੀਗੀ, ਉੱਥੇ ਵੀ ਤੁਸੀਂ ਚੈੱਕਆਊਟ ਕਰ ਸਕਦੇ ਹੋ, ਇੱਥੇ ਬਰੀਫਲੀ ਹੀ ਦੱਸੂਗੀ। ਤਾਂ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਉਹ ਉਸ ਕੇਰਲਾ ਦੀ ਮੱਠ ਦੇ ਉੱਤੇ ਕੀ ਹੈ ਆਪਣਾ ਹੱਕ ਜਤਾਉਣਾ ਚਾਹੁੰਦੀ ਸੀ। ਠੀਕ ਹੈ, ਕਿ ਉਹਨਾਂ ਦੇ ਅੰਡਰ ਆਉਂਦੀ ਹੈ ਇਹ। ਤਾਂ ਉਹਨਾਂ ਨੇ ਕੀ ਕੀਤਾ, ਕੇਸ਼ਵਾਨੰਦ ਭਾਰਤੀ ਜੀ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਤਾ ਕੇਰਲਾ ਸਟੇਟ ਦੇ ਅਗੇਂਸਟ। ਠੀਕ ਹੈ, ਤਾਂ ਐਂਡ ਦੇ ਉੱਤੇ ਕੀ ਹੈ ਸੁਪਰੀਮ ਕੋਰਟ ਨੇ ਇਹ ਐਂਡ ਦੇ ਡਿਸੀਜ਼ਨ ਦਿੱਤਾ ਸੀਗਾ, ਕਿਉਂਕਿ ਪ੍ਰੀਐਂਬਲ ਦੇ ਵਿੱਚ ਆਪਣੇ ਆਜ਼ਾਦੀ ਬਾਰੇ ਲਿਖਿਆ ਹੋਇਆ ਨਾ ਕਿ ਆਪਾਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਵਗੈਰਾ ਸਕਦੇ ਹਾਂ। ਪ੍ਰੀਐਂਬਲ ਦੇ ਵਿੱਚ ਤੁਸੀਂ ਕੀਤਾ ਹੀ ਹੋਊਗਾ ਪ੍ਰਸਤਾਵਨਾ। ਤਾਂ ਕੀ ਹੈ ਉਹਦੀ ਇੱਕ ਤਰੀਕੇ ਨਾਲ ਉਲੰਘਣਾ ਹੋ ਰਹੀ ਸੀਗੀ। ਤਾਂ ਸੁਪਰੀਮ ਕੋਰਟ ਨੇ ਐਂਡ ਦੇ ਉੱਤੇ ਡਿਸੀਜ਼ਨ ਦਿੱਤਾ ਕਿ ਆਪਾਂ ਅਮੈਂਡਮੈਂਟ ਤਾਂ ਕਰ ਸਕਦੇ ਹਾਂ, ਬਟ ਜਿਹੜੀਆਂ ਬੇਸਿਕ ਫੀਚਰਸ ਹੁੰਦੀਆਂ ਨੇ ਨਾ ਉਹਦੇ ਵਿੱਚ ਕੀ ਹੈ ਪ੍ਰੀਐਂਬਲ ਦੀ ਬੇਸਿਕ ਫੀਚਰਸ ਹੈ ਜਿਹੜੀਆਂ ਉਹਦੇ ਵਿੱਚ ਆਪਾਂ ਅਮੈਂਡਮੈਂਟ ਹੈ ਜਿਹੜੀ ਨਹੀਂ ਕਰ ਸਕਦੇ। ਠੀਕ ਹੈ,
ठीक है, वीडियोज़ चैकआउट कर लियो, तुहानूं डिटेल दे विच समझाया सी मैं भी की इन्हां दा मसला सीगा, इत्थे भी तुहानूं समझ आ गया होगा नो डाउट। नैक्सट क्वेश्चन है जी, हू पार्टनर्ड विद CPF टू क्रिएट साइबर सेफ्टी अमंग स्टूडेंट्स। कहते किने पार्टनरशिप की है CPF नाल, काहदे लई कीती है, क्रिएट साइबर सेफ्टी अमंग स्टूडेंट्स, साइबर सेफ्टी नूं क्रिएट करन लई स्टूडेंट्स दे विचकार CPF नाल किने पार्टनरशिप की है, WhatsApp ने, इंस्टाग्राम ने, ट्विटर ने या फिर टैलीग्राम ने। ਇਹਦਾ करैक्ट आंसर है जी दैट इज़ WhatsApp ने की है। ठीक है, साल के एंड तक 5 स्टेट्स के 15,000 ਜਿਹੜੇ स्टूडेंट्स ने उन्होंने तक ये अवेयरनैस पहुँचाई जाऊगी, ये इन्हों का टारगेट है। अच्छा, 5 स्टेट्स किहड़ियां, दिल्ली, MP, बिहार, झारखंड ते महाराष्ट्र। अच्छा ठीक है जी। अच्छा, CPF की जे मैं गल करा, CPF की फुल फॉर्म की है, साइबर पीस फाउंडेशन, साइबर पीस फाउंडेशन किन्ने च फॉर्म हुई 2003, न्यू दिल्ली दे विच की है हैडकुआटर। अज वाली वीडियो दे विच न्यू दिल्ली वाले हैडकुआटर्स कढ़ के अलग लिख लियो। फाउंडर ते प्रेजिडेंट कौन है दे जी, विनीत कुमार। ओके आ, ये याद रखना सारा कुछ। नैक्सट क्वेश्चन के विच कंट्रीज प्रेजिडेंट वाज नॉमीनेटेड फॉर 2021 नोबल पीस प्राइज़। किहड़ी कंट्री के प्रेजिडेंट ने जिन्होंने मतलब कि नॉमीनेट किया गया, किस चीज़ के लिए किया गया गा नोबल पीस प्राइज़ 2021 के लिए। इंडिया के प्रेजिडेंट है, रशिया के, अमेरिका के या फिर नन ऑफ दीज। ਇਹਦਾ करैक्ट आंसर है दैट इज़ ऑप्शन नंबर C, अमेरिका। अमेरिका के प्रेजिडेंट कौन ने, डोनाल्ड ट्रंप, उन्होंने ही किया गया है नॉमीनेट। काहदे लई किया गया है, ये भी तुहानूं पता होना चाहिए। UAE ते इजराइल, इन्हां दे विच इन्हां ने पीस डील करवाई सी, जिहदे करके कीता है, उहनूं इब्राहिम डील भी कहंदे आ। ठीक है, इब्राहिम डील दे विच बेसिकली 3 धर्मां दा कॉम्बीनेशन है, यहूदी ते इस्लाम ते ईसाई धर्म। ठीक है, काफ़ी सैक्टर्स दे विच इहदे नाल की डील हुई है, वाइट हाउस दे विच करवाई सीगी। ठीक है, क्लीयर कट तुहानूं मैं पहलां जदों न्यूज़ करवाई सी दस्सिया ही होया उदों। नैक्सट की है, विच स्टेट्स CM रीसेंटली लॉन्चड ए चैटबोट नेम्ड योर फ्रेंड फॉर अंडर ग्रैजुएटेड कोर्सिज। कहते किहड़ी स्टेट के CM ने, विच स्टेट के CM ने WhatsApp चैटबोट लॉन्च किया योर फ्रेंड नाम का अंडर ग्रैजुएट कोर्सिज के लिए। पंजाब, हरियाणा, गुजरात या फिर महाराष्ट्र। ਇਹਦਾ करैक्ट आंसर है जी दैट इज़ ऑप्शन नंबर B, हरियाणा। इत्थे दे CM कौन है, मनोहर लाल खट्टर। इन्होंने ही किया WhatsApp चैटबोट नू रीसेंटली लॉन्च। ठीक है, 2020-21 के सैशन के ਜਿਹੜੀਆਂ एडमिशनस होणगीਆਂ ਉਹਦੇ रिलेटेड जो भी क्वेरीज है स्टूडेंट्स ਦੀਆਂ ਉਹਨਾਂ ਦਾ ਇਹ आंसर करूँ। ठीक है, क्वेरीज लाइक सबजैक्ट के रिगार्डिंग, स्कॉलरशिप के रिगार्डिंग हो सकਦੀਆਂ। ठीक है, तो मैं तुहानूं नंबर दस दिंदी किहड़ा हैगा, 7419444449। ठीक है, ये नंबर हैगा। ओके है जी। अच्छा, स्टैटिक इन्फॉर्मेशन की जे हरियाणा तो गल करिए तो CM का नाम तो तुहानूं पता लग ही गया, गवर्नर है इत्थों के सत्यादेव नारायण। ये भी याद रखना है। हाई कोर्ट के चीफ जस्टिस, पंजाब एंड हरियाणा हाई कोर्ट के अंडर आंदा ना, पंजाब एंड हरियाणा हाई कोर्ट। चीफ जस्टिस कौन है जी इत्थों के, रवि शंकर झा। नाम याद इन्हां दा तुसीं रख लियो। नैक्सट क्वेश्चन की है, हू टॉप्स इन दी वर्ल्ड्स रिचेस्ट अमेरिकन लिस्ट बाय फोर्ब्स। वर्ल्ड के रिचेस्ट अमेरिकन की जो लिस्ट जारी की है फोर्ब्स ने, उहदे विच टॉप किने कीता है। हाँ जी, ਇਹਦਾ करैक्ट आंसर की है, ਇਹਦਾ करैक्ट आंसर है दैट इज़ ऑप्शन नंबर C, जेफ बेज़ोस ने किया है। दूजे नंबर पर कौन है, बिल गेट्स। तीजे नंबर पर कौन है, मार्क जकरबर्ग। ये रिचेस्ट अमेरिकन की लिस्ट है। ठीक है, इन्हूं याद रखना है। जेफ बेज़ोस किहदे फाउंडर ने, एमाजोन के फाउंडर है ना, ये तुसीं याद रख लियो। मार्क जकरबर्ग फेसबुक के है, बिल गेट्स माइक्रोसॉफ्ट के है। हाँ जी, नैक्सट चलते हैं। सिग्नेचर वीज़ा डेबिट कार्ड रीसेंटली लॉन्चड बाय विच बैंक। सिग्नेचर वीज़ा डेबिट कार्ड किहड़े बैंक ने रीसेंटली लॉन्च किया, एक्सिस बैंक ने, HDFC, ICICI या फिर बैंक ऑफ इंडिया। हाँ जी, ਇਹਦਾ करैक्ट आंसर है दैट इज़ ऑप्शन नंबर D, बैंक ऑफ इंडिया ने रीसेंटली लॉन्च किया। ठीक है, ये 7 सितंबर को लॉन्च किया। 115वीं ਜਿਹੜੀ ਇਹਦੇ फाउंडेशन डे ਸੀਗਾ ਉਦੋਂ ਕੀਤਾ। ठीक है, ये भी याद रखना है तुसीं। इस तो इलावा तुसीं होर की तो याद रख सकते हो, जो कस्टमर्स की लास्ट 3 मंथ ਦੇ ਵਿੱਚ अपना मतलब 10 ਲੱਖ का एवरेज बैलेंस है ਜਿਹੜਾ जिन्होंने मेनटेन रखा, उन्होंने कस्टमर्स नूं इस दे ਇਹਦੇ ਰਾਹੀਂ बेनीफिट मिलूगा। ठीक है, अपने टोटल इंडिया के टोटल 12 सरकारी बैंक ने। ठीक है, इंडिया के तो ਉਹਦੇ ਵਿੱਚੋਂ ਜਿਹੜਾ ਇਹ BOI है बैंक ऑफ इंडिया 6वें नंबर का लार्जेस्ट बैंक है। ये भी याद रखना। यदि जे स्टैटिक इन्फॉर्मेशन की गल करिए, 7 सितंबर 1906 ਨੂੰ ਇਹ ਫਾਰਮ ਹੋਇਆ। मुंबई ਦੇ ਵਿੱਚ ਕੀ ਹੈ ਇਹਦਾ
ਹੈੱਡਕੁਆਟਰ ਹੈ। ਦੇਖੋ ਇੱਕ ਹੋਰ ਐਡ ਹੋ ਗਿਆ ਬੈਂਕ ਆਫ ਇੰਡੀਆ ਮੁੰਬਈ ਦੇ ਵਿੱਚ, ਇਹ ਵੀ ਯਾਦ ਰੱਖਣਾ। MD ਤੇ CEO ਦਾ ਕੀ ਨਾਮ ਹੈ ਇਹਦਾ? ਅਤਾਨੂ ਕੁਮਾਰ ਦਾਸ। ਠੀਕ ਹੈ, ਨਾਮ ਯਾਦ ਰੱਖ ਲਿਓ। ਨੈਕਸਟ ਕੁਐਸਚਨ ਹੈ ਜੀ, ਇੰਟਰਨੈਸ਼ਨਲ ਲਿਟਰੇਸੀ ਡੇ ਸੈਲੀਬ੍ਰੇਟਡ ਔਨ ਵਿਚ ਡੇ? ਇੰਟਰਨੈਸ਼ਨਲ ਲਿਟਰੇਸੀ ਡੇ ਹੈ ਜਿਹੜਾ, ਇਹ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ? 5 ਸਤੰਬਰ, 7 ਸਤੰਬਰ, 8 ਸਤੰਬਰ ਜਾਂ ਫਿਰ 9 ਸਤੰਬਰ? ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ C, 8 ਸਤੰਬਰ ਨੂੰ ਇੰਟਰਨੈਸ਼ਨਲ ਲਿਟਰੇਸੀ ਡੇ ਹੈ ਜਿਹੜਾ ਮਨਾਇਆ ਜਾਂਦਾ। ਠੀਕ ਹੈ। ਅੱਛਾ, ਇਹਦੀ ਥੀਮ ਵੀ ਸੀਗੀ, ਥੀਮ ਕੀ ਸੀ? ਲਿਟਰੇਸੀ ਟੀਚਿੰਗ ਐਂਡ ਲਰਨਿੰਗ ਇਨ ਦੀ COVID-19 ਕ੍ਰਾਈਸਿਸ ਐਂਡ ਬਿਯੋਂਡ। ਠੀਕ ਹੈ, ਇਹਦੀ ਉਹ ਸੀਗੀ ਆਪਣੀ ਥੀਮ, ਯਾਦ ਰੱਖ ਲਿਓ। ਅੱਛਾ, ਇਸ ਤੋਂ ਇਲਾਵਾ ਆਪਾਂ ਇਹ ਤੋਂ ਹੋਰ ਕੀ ਯਾਦ ਰੱਖ ਸਕਦੇ ਹਾਂ? 1966 ਤੋਂ ਮਨਾਇਆ ਜਾਣਾ ਇਹ ਸਟਾਰਟ ਹੋਇਆ। ਠੀਕ ਹੈ, ਯੂਨੈਸਕੋ ਦੁਆਰਾ ਜਿਹੜਾ ਇਹ ਮਨਾਇਆ ਜਾਂਦਾ। ਯੂਨੈਸਕੋ ਤੁਹਾਨੂੰ ਮੈਂ ਹੈੱਡਕੁਆਟਰਸ ਦੇ ਵਿੱਚ ਕਰਵਾਇਆ ਸੀ, ਤਾਂ ਇੱਥੇ ਯੂਨੈਸਕੋ ਤੋਂ ਥੋੜ੍ਹੀ ਐਕਸਟਰਾ ਇਨਫੋਰਮੇਸ਼ਨ ਕਰ ਲੈਂਦੇ। ਯੂਨੈਸਕੋ 1945 ਦੇ ਵਿੱਚ ਬਣਿਆ ਪੈਰਿਸ ਦੇ ਵਿੱਚ। ਕੀ ਹੈ ਇਹਦਾ ਹੈੱਡਕੁਆਟਰ ਹੈ? ਹੈੱਡ ਇਹਦੇ ਕੌਣ ਨੇ? ਔਡਰੇ ਔਜ਼ਲੇ। ਠੀਕ ਹੈ, ਔਡਰੇ ਔਜ਼ਲੇ, ਇਹ ਨਾਮ ਇਹਨਾਂ ਦਾ ਯਾਦ ਰੱਖ ਲਿਓ। ਅੱਛਾ, ਹੁਣ ਡੇਜ਼ ਦੀ ਗੱਲ ਆਈਏ, ਥੋੜ੍ਹੇ ਜਿਹੇ ਇੰਪੋਰਟੈਂਟ ਡੇਜ਼ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਜਿਹੜਾ ਆਪਣਾ 1 ਤੋਂ ਲੈ ਕੇ 7 ਸਤੰਬਰ ਤੱਕ ਦਾ ਫਸਟ ਵੀਕ ਹੈ ਉਹਨੂੰ ਐਜ਼ ਅ ਨਿਊਟ੍ਰੀਸ਼ਨ ਵੀਕ ਦੇ ਤੌਰ 'ਤੇ ਮਨਾਇਆ ਜਾਂਦਾ। ਠੀਕ ਹੈ, ਮਨਾਇਆ ਜਾਊਗਾ। 1 ਤੋਂ ਲੈ ਕੇ ਆਪਣਾ 30 ਮਤਲਬ ਕਿ ਇਹ ਸਾਰਾ ਦਾ ਸਾਰਾ ਜਿਹੜਾ ਆਪਣਾ ਸੈਪਟੰਬਰ ਮੰਥ ਹੈਗਾ ਨਾ, ਉਹਨੂੰ ਮਨ ਕੀ ਬਾਤ ਦੇ ਵਿੱਚ ਮੋਦੀ ਜੀ ਨੇ ਡਿਕਲੇਅਰ ਕੀਤਾ ਸੀ ਕਿ ਐਜ਼ ਅ ਨਿਊਟ੍ਰੀਸ਼ਨ ਮੰਥ ਦੇ ਤੌਰ 'ਤੇ ਮਨਾਇਆ ਜਾਊਗਾ। ਇਹ ਵੀ ਤੁਸੀਂ ਯਾਦ ਰੱਖ ਲਿਓ। 2 ਸਤੰਬਰ ਨੂੰ ਕਿਹੜਾ ਡੇ ਹੁੰਦਾ ਜੀ? ਵਰਲਡ ਕੋਕੋਨਟ ਡੇ ਸੈਲੀਬ੍ਰੇਟ ਕੀਤਾ ਜਾਂਦਾ। ਇਹ ਵੀ ਯਾਦ ਰੱਖਣਾ ਤੁਸੀਂ। ਇਸ ਤੋਂ ਇਲਾਵਾ ਆਪਾਂ 5 ਸੈਪਟੰਬਰ ਨੂੰ ਕੀਤਾ ਸੀਗਾ। 5 ਸੈਪਟੰਬਰ ਨੂੰ ਕਿਹੜਾ ਡੇ ਸੀਗਾ? ਆਪਣਾ ਟੀਚਰਸ ਡੇ ਸੀਗਾ ਤੇ ਇੱਕ ਚੈਰਿਟੀ ਡੇ ਸੀਗਾ, ਚੈਰਿਟੀ ਡੇ। ਤਾਂ ਇਹ ਵੀ ਤੁਸੀਂ ਯਾਦ ਰੱਖ ਲਿਓ ਇਹਦੇ ਨਾਲ। 7 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਇੰਟਰਨੈਸ਼ਨਲ ਡੇ ਆਫ ਕਲੀਅਰ ਏਅਰ ਫॉर ਬਲੂ ਸਕਾਈਜ਼। ਇਹ ਡੇ ਮਨਾਇਆ ਜਾਂਦਾ ਜਿਹੜਾ 7 ਸਤੰਬਰ ਨੂੰ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਲੈਣਾ ਇਹਦੇ ਤੋਂ। ਓਕੇ ਆ। ਇਸ ਤੋਂ ਇਲਾਵਾ 9 ਤੇ 10 ਵਾਲੇ ਵੀ ਚਲੋ ਆਪਾਂ ਰਿਵਾਈਜ਼ ਕਰ ਹੀ ਲੈਂਦੇ ਹਾਂ। 9 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਇੰਟਰਨੈਸ਼ਨਲ ਡੇ ਟੂ ਪ੍ਰੋਟੈਕਟ ਐਜੂਕੇਸ਼ਨ ਫਰੋਮ ਅਟੈਕ। ਠੀਕ ਹੈ, ਇਹ ਤਾਂ 9 ਸਤੰਬਰ ਦੀ ਗੱਲ ਹੋ ਗਈ। 10 ਸਤੰਬਰ ਦੀ ਜੇ ਗੱਲ ਕਰੀਏ, ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ। ਤਾਂ ਤੁਹਾਨੂੰ ਸਾਰੇ ਦੇ ਸਾਰੇ ਡੇਜ਼ ਜਿਹੜੇ ਆਪਾਂ ਹੁਣ ਤੱਕ ਕੀਤੇ ਨੇ ਇੰਪੋਰਟੈਂਟ, ਮੈਂ ਰਿਵਾਈਜ਼ ਕਰਾਤੇ। ਇਹ ਸਾਰੇ ਤੁਸੀਂ ਯਾਦ ਰੱਖਣੇ ਆ। ਨੈਕਸਟ ਕੁਐਸਚਨ ਕੀ ਹੈ ਜੀ? ਫਸਟ ਕਿਸਾਨ ਰੇਲ ਆਫ ਸਾਊਥ ਇੰਡੀਆ ਫਲੈਗਡ ਆਫ ਫਰੋਮ। ਅੱਛਾ, ਜਿਹੜੀ ਸਾਊਥ ਇੰਡੀਆ ਦੀ ਪਹਿਲੀ ਕਿਸਾਨ ਰੇਲ ਹੈ ਉਹਨੂੰ ਫਲੈਗ ਆਫ ਕਿੱਥੋਂ ਕੀਤਾ ਗਿਆ? ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਜਾਂ ਫਿਰ ਅਰੁਣਾਚਲ ਪ੍ਰਦੇਸ਼? ਇਹਦਾ ਜਿਹੜਾ ਕਰੈਕਟ ਆਨਸਰ ਹੈ ਜੀ ਦੈਟ ਇਜ਼ ਆਪਸ਼ਨ ਨੰਬਰ C, ਆਂਧਰਾ ਪ੍ਰਦੇਸ਼ ਤੋਂ ਕੀਤਾ ਗਿਆ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਇੰਡੀਆ ਦੀ ਇਹ ਦੂਜੀ ਹੈ, ਬਟ ਸਾਊਥ ਇੰਡੀਆ ਦੀ ਇਹ ਪਹਿਲੀ ਕਿਸਾਨ ਰੇਲ ਹੈ। ਇਹ ਵੀ ਯਾਦ ਰੱਖਣਾ। ਰਾਈਟ ਟਾਈਮ 'ਤੇ ਜਿਹੜੇ ਪ੍ਰੋਡਕਟਸ ਨੇ ਹੈ ਨਾ, ਫਾਰਮਿੰਗ ਪ੍ਰੋਡਕਟਸ, ਇਹਨਾਂ ਨੂੰ ਮਾਰਕੀਟ ਦੇ ਵਿੱਚ ਪਹੁੰਚਾਉਣ ਦੇ ਲਈ ਕੀ ਹੈ ਇਹ ਮਤਲਬ ਕਿ ਬਣਾਈ ਗਈ ਹੈ। 40 ਆਵਰਸ ਦੇ ਵਿੱਚ ਇਹ 2150 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਹੈਗਾ ਇਹ ਕਵਰ ਕਰੂਗੀ। ਇਹ ਤੁਸੀਂ ਯਾਦ ਰੱਖਣਾ। ਅੱਛਾ, ਜੇ ਹੁਣ ਮੈਂ ਗੱਲ ਕਰਾਂ, ਇਹ ਤਾਂ ਗੱਲ ਹੋ ਗਈ ਕਿ ਇਹ ਮਤਲਬ ਇੰਡੀਆ ਦੀ ਦੂਜੀ ਹੈ, ਤਾਂ ਇੰਡੀਆ ਦੀ ਫਿਰ ਪਹਿਲੀ ਕਿਹੜੀ ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਹੈ ਨਾ, ਕਲੀਅਰ ਕੱਟ ਕਿ ਇੰਡੀਆ ਦੀ ਪਹਿਲੀ ਕਿਹੜੀ, ਉਹ ਵੀ ਇੰਪੋਰਟੈਂਟ ਰਹੂਗੀ। ਤਾਂ ਉਹਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਜਿਹੜੀ ਇੰਡੀਆ ਦੀ ਪਹਿਲੀ ਉਹ ਨਾਸਿਕ ਮਹਾਰਾਸ਼ਟਰ ਤੋਂ ਰਵਾਨਾ ਕੀਤੀ ਗਈ ਹੈ। ਅੱਛਾ, ਨਾਸਿਕ ਮਹਾਰਾਸ਼ਟਰ ਤੋਂ ਕਿੱਥੋਂ ਤੱਕ, ਉਹ ਵੀ ਆਪਾਂ ਲਿਖ ਲੈਂਦੇ ਹਾਂ ਜੀ। ਨਾਸਿਕ ਮਹਾਰਾਸ਼ਟਰ ਤੋਂ ਲੈ ਕੇ ਕਿੱਥੋਂ ਤੱਕ ਉਹਨੂੰ ਚਲਾਇਆ ਗਿਆ ਹੈਗਾ? ਦਾਨਾਪੁਰ, ਬਿਹਾਰ। ਅੱਛਾ, ਕਿੰਨਾ ਡਿਸਟੈਂਸ ਕਵਰ ਕੀਤਾ? 1519 ਕਿਲੋਮੀਟਰ ਦਾ। ਇਹਨੂੰ ਵੀ ਯਾਦ ਰੱਖ ਲਿਓ। ਟਾਰਗੇਟ ਕੀ ਹੈ? ਇਹਦੀ ਗੱਲ ਕਰ ਲਈਏ ਜਾਂ ਇਸ ਦੀ ਗੱਲ ਕਰ ਲਈਏ, ਦੋਨੋਂ ਦਾ ਟਾਰਗੇਟ ਇੱਕੋ ਹੀ ਹੈਗਾ ਕਿ 2022 ਤੱਕ ਹੈ ਜਿਹੜੀ ਕਿਸਾਨ ਦੀ ਆਮਦਨ ਹੈ ਜਿਹੜੀ ਉਹਨੂੰ ਕੀ ਕਰਨਾ ਹੈ? ਡਬਲ ਕਰਨਾ ਹੈ। ਠੀਕ ਹੈ, ਇਹਨੂੰ ਯਾਦ ਰੱਖ ਲਈਏ ਤੁਸੀਂ। ਇਸ ਤੋਂ ਇਲਾਵਾ
ਹੋਰ ਕੀ ਯਾਦ ਰੱਖ ਸਕਦੇ ਹੋ, ਜਿਹੜੀ ਆਹ ਵਾਲੀ ਟ੍ਰੇਨ ਹੈਗੀ ਇਹਨੂੰ ਹਰੀ ਝੰਡੀ ਕਿਹਨੇ ਦਿਖਾਈ ਸੀ, ਨਰਿੰਦਰ ਸਿੰਘ ਤੋਮਰ ਤੇ ਪਿਊਸ਼ ਗੋਇਲ ਨੇ। ਠੀਕ ਹੈ, ਇਹ ਸਾਰਾ ਕੁਝ ਤੁਸੀਂ ਯਾਦ ਇਹਦੇ ਤੋਂ ਰੱਖ ਸਕਦੇ ਹੋ। ਅੱਛਾ, ਆਂਧਰਾ ਪ੍ਰਦੇਸ਼ ਤੋਂ ਜੇ ਆਪਾਂ ਸਟੈਟਿਕ ਇਨਫੋਰਮੇਸ਼ਨ ਦੀ ਗੱਲ ਕਰੀਏ, ਸਟੈਟਿਕ ਇਨਫੋਰਮੇਸ਼ਨ ਤੁਹਾਨੂੰ ਸਾਰੀ ਆਂਧਰਾ ਪ੍ਰਦੇਸ਼ ਤੋਂ ਪਤਾ ਹੋਣੀ ਚਾਹੀਦੀ ਹੈ। ਦੈਟ ਇਜ਼ ਇਹ ਆਪਾਂ ਇਹਦੇ ਚੀਫ ਜਸਟਿਸ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਆਪਾਂ ਚੀਫ ਜਸਟਿਸ ਸ਼ੁਰੂ ਕੀਤੇ ਹੋਏ ਨੇ। ਮੈਂ ਤੁਹਾਨੂੰ ਕਰਵਾਇਆ ਵੀ ਪਿਆ JK ਮਹੇਸ਼ਵਰੀ, JK ਮਹੇਸ਼ਵਰੀ ਤੁਸੀਂ ਯਾਦ ਰੱਖਣਾ। ਓਕੇ, ਇਸ ਤੋਂ ਇਲਾਵਾ ਜਿਹੜਾ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਜਿਹੜਾ ਸੈਪਰੇਟ ਹੋਇਆ ਸੀਗਾ 2 ਜੂਨ 2014 ਨੂੰ ਸੈਪਰੇਟ ਹੋਇਆ ਸੀ, ਇਹ ਵੀ ਯਾਦ ਰੱਖਣਾ। ਟੋਟਲ ਆਪਣੇ ਜਿਹੜੇ ਰੇਲਵੇ ਜ਼ੋਨ ਨੇ ਕਿੰਨੇ ਆ, 18 ਨੇ। 18ਵੀਂ ਜਿਹੜਾ 18th ਰੇਲਵੇ ਜ਼ੋਨ ਆ ਉਹ ਕਿਹੜਾ, ਸਾਊਥ ਕੋਸਟਲ ਰੇਲਵੇ ਜ਼ੋਨ। ਅੱਛਾ, ਇਹਦਾ ਹੈੱਡਕੁਆਟਰ ਕਿੱਥੇ ਹੈ, ਵਿਸ਼ਾਖਾਪਟਨਮ, ਵਿਸ਼ਾਖਾਪਟਨਮ, ਇਹ ਯਾਦ ਰੱਖ ਸਕਦੇ ਹੋ। ਇਸ ਤੋਂ ਇਲਾਵਾ ਟੋਟਲ ਤੁਹਾਨੂੰ ਹਾਈ ਕੋਰਟਸ ਪੁੱਛ ਲੈਣ ਕਿੰਨੀਆਂ ਨੇ, ਐਟ ਪ੍ਰੈਜ਼ੈਂਟ 25 ਹੈ। 25ਵੀਂ ਕਿਹੜੀ ਹੈ, ਆਂਧਰਾ ਪ੍ਰਦੇਸ਼ ਵਾਲੀ, ਹੈ ਨਾ। ਤਾਂ ਇਹਦਾ ਇਸ ਤੋਂ ਇਲਾਵਾ ਇਹ ਯਾਦ ਰੱਖਣਾ 25ਵੀਂ ਕੀ ਇਹਦੀ ਹੈ। ਠੀਕ ਹੈ, ਸਾਰਾ ਕੁਝ ਯਾਦ ਰੱਖਣਾ। ਚੀਫ ਜਸਟਿਸ ਮੈਂ ਬਾਰੇ ਤੁਹਾਨੂੰ ਦੱਸ ਦਿੱਤਾ। ਠੀਕ ਹੈ, ਅੱਛਾ, ਜਿਹੜੀਆਂ ਵੀ ਸਕੀਮਸ ਹੁੰਦੀਆਂ ਨੇ ਨਾ ਜਿਨ੍ਹਾਂ ਦੇ ਮੂਹਰੇ YSR ਲੱਗਿਆ ਹੁੰਦਾ, ਉਹ ਸਾਰੀਆਂ ਇੱਥੋਂ ਦੀਆਂ ਹੀ ਹੁੰਦੀਆਂ ਨੇ। ਓਕੇ ਆ ਜੀ, ਚਲੋ ਨੈਕਸਟ ਦੇ ਉੱਤੇ ਆਪਾਂ ਚੱਲੀਏ। ਵਿਚ ਬੈਂਕ ਰੀਸੈਂਟਲੀ ਲਾਂਚ ਲੋਨ ਸਕੀਮ ਨੇਮਡ ਸਫਲ। ਅੱਛਾ, ਕਿਹੜੇ ਬੈਂਕ ਨੇ ਰੀਸੈਂਟਲੀ ਸਫਲ ਨਾਮ ਦਾ ਇੱਕ ਲੋਨ ਸਕੀਮ ਹੈ ਜਿਹੜੀ ਲਾਂਚ ਕੀਤੀ ਹੈ। ਠੀਕ ਹੈ, ਇਹਦਾ ਆਨਸਰ ਦੱਸੋ ਕੀ, RBI, SBI, RBL ਬੈਂਕ ਜਾਂ ਫਿਰ HDFC ਬੈਂਕ। ਇਹਦਾ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ B, SBI ਬੈਂਕ। ਇਹਨੇ ਕੀਤੀ, ਕਿਹਦੇ ਲਈ ਕੀਤੀ ਹੈ ਇਹ, ਔਰਗੈਨਿਕ ਕਾਟਨ ਗਰੋਅਰਸ, ਕਾਟਨ ਗਰੋਅਰਸ ਇਹਨਾਂ ਦੇ ਲਈ ਹੈ ਇਹ। ਠੀਕ ਹੈ, ਅੱਛਾ, ਸੇਫ ਸਫਲ ਹੈ ਜਿਹੜਾ ਆਪਣਾ ਸਫਲ, ਇਹਦੀ ਇੱਕ ਫੁੱਲ ਫਾਰਮ ਵੀ ਹੈ। ਉਹ ਫੁੱਲ ਫਾਰਮ ਕੀ ਹੈ, ਸੇਫ ਐਂਡ ਫਾਸਟ ਐਗਰੀਕਲਚਰ। ਠੀਕ ਹੈ, ਜਿਨ੍ਹਾਂ ਨੇ ਕਿਸਾਨਾਂ ਨੇ ਇੱਕ ਵਾਰੀ ਵੀ ਲੋਨ ਨਹੀਂ ਲਿਆ ਨਾ ਹਜੇ ਤੱਕ, ਉਹਨਾਂ ਲਈ ਬੇਸਿਕਲੀ, ਤੇ ਹੁਣ ਇਹ ਔਰਗੈਨਿਕ ਕਾਟਨ ਗਰੋਅਰਸ ਹੀ ਚਾਹੀਦੇ ਨੇ। ਅੱਛਾ, SBI ਬੈਂਕ ਬਾਰੇ ਜੇ ਆਪਾਂ ਸਟੈਟਿਕ GK ਦੀ ਗੱਲ ਕਰੀਏ ਤਾਂ ਉਹ ਕੀ ਹੈ, 1 ਜੁਲਾਈ 1955 ਦੇ ਵਿੱਚ ਇਹ ਬਣਿਆ। ਇੰਪੀਰੀਅਲ ਬੈਂਕ ਇਹਦਾ ਪਹਿਲਾ ਨਾਮ ਹੁੰਦਾ ਸੀ। ਇੰਪੀਰੀਅਲ ਬੈਂਕ ਤੋਂ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ ਕਿ ਕਿਹਦਾ ਨਾਮ ਸੀ ਪਹਿਲਾਂ, SBI ਬੈਂਕ ਦਾ ਸੀ, ਯਾਦ ਰੱਖਿਓ। ਅੱਛਾ, ਇਹਦੇ ਜਿਹੜੇ ਚੇਅਰਮੈਨ ਨੇ ਉਹ ਕੌਣ ਹੈ ਜੀ, ਰਜਨੀਸ਼ ਕੁਮਾਰ। ਕਲੀਅਰ ਹੈ, ਇਹ ਸਾਰਾ ਕੁਛ ਇੱਥੇ ਤੁਸੀਂ ਯਾਦ ਰੱਖ ਲਿਓ। ਹੈੱਡਕੁਆਟਰਸ ਮੈਂ ਤੁਹਾਨੂੰ ਸਭ ਦੇ ਦੱਸਤੇ ਪਹਿਲਾਂ ਹੀ ਕਿ ਕਿਹਦਾ ਕਿੱਥੇ ਕਿੱਥੇ, ਇਹ ਵੀ ਯਾਦ ਰੱਖਣਾ। ਦੇਖੋ, ਇਹ ਅਗੇਨ ਕੁਐਸਚਨ ਆ ਗਿਆ। ਇਹ ਕੁਐਸਚਨ ਮੈਂ ਨਹੀਂ ਕਰਾ ਰਹੀ ਹੁਣ। ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਕਦੋਂ ਅਬਜ਼ਰਵ ਕੀਤਾ ਜਾਂਦਾ, ਮੈਂ ਹੁਣੇ ਦੱਸ ਕੇ ਹਟੀ ਹਾਂ ਨਾ ਪਿੱਛੇ ਜਦੋਂ ਡੇਜ਼ ਕਰਾਏ ਸੀ। ਇਹਦਾ ਆਨਸਰ ਮੈਨੂੰ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ। ਠੀਕ ਹੈ, ਕਮੈਂਟਸ ਦੇ ਵਿੱਚ ਦੱਸਣਾ। ਮੈਂ ਹੁਣੇ ਦੱਸ ਕੇ ਹਟੀ ਹਾਂ ਪਿੱਛੇ ਹੀ, ਤਾਂ ਇਹਦਾ ਆਨਸਰ ਮੈਂ ਨਹੀਂ ਕਰਾਉਂਗੀ। ਨੈਕਸਟ ਲਾਸਟ ਕੁਐਸਚਨ ਹੈ ਆਪਣਾ, ਇੰਡੀਆਜ਼ ਲਾਰਜੈਸਟ ਪਿਗਰੀ ਮਿਸ਼ਨ ਹੈ ਜਿਹੜਾ, ਪਿਗਰੀ ਮਿਸ਼ਨ, ਇੰਡੀਆਜ਼ ਲਾਰਜੈਸਟ ਪਿਗਰੀ ਮਿਸ਼ਨ ਲਾਂਚਡ ਰੀਸੈਂਟਲੀ ਬਾਏ ਵਿਚ ਸਟੇਟ। ਕਿਹੜੀ ਸਟੇਟ ਨੇ ਰੀਸੈਂਟਲੀ ਲਾਂਚ ਕੀਤਾ ਹੈ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਜਾਂ ਫਿਰ ਮਨੀਪੁਰ। ਹਾਂਜੀ, ਪਹਿਲਾਂ ਖੁਦ ਸੋਚੋ। ਇਹਦਾ ਕਰੈਕਟ ਆਨਸਰ ਹੈ ਦੈਟ ਇਜ਼ ਆਪਸ਼ਨ ਨੰਬਰ A, ਮੇਘਾਲਿਆ। ਮੇਘਾਲਿਆ ਨੇ ਹੀ ਲਾਂਚ ਕੀਤਾ। 290 ਕਰੋੜ ਦੀ ਤੇ ਲਾਗਤ ਆਊਗੀ ਤੇ 35,000 ਕਿਸਾਨ ਨੇ ਜਿਹੜੇ ਇਹ ਤੋਂ ਲਾਭ ਲੈ ਸਕਣਗੇ। ਓਵਰਲੇ ਜਿਹੜੇ ਮਤਲਬ ਸੂਅਰ ਪਾਲਣ ਕਰਦੇ ਆ, ਪਿਗਰੀ ਮਿਸ਼ਨ ਸੂਅਰ ਨਾਲ ਰਿਲੇਟਡ ਹੋ ਗਿਆ ਨਾ, ਇਹ ਪਾਲਣ ਕਰਦੇ ਆ ਜਿਹੜੇ। ਠੀਕ ਹੈ, ਅੱਛਾ, ਕੈਪੀਟਲ ਦੀ ਜੇ ਗੱਲ ਕਰੀਏ ਮੇਘਾਲਿਆ ਦੀ, ਕੈਪੀਟਲ ਕੀ ਹੈ ਜੀ ਇਹਦੀ, ਸ਼ਿਲੋਂਗ, ਯਾਦ ਰੱਖ ਲਿਓ। CM ਦਾ ਨਾਮ ਕੀ ਹੈ, ਕੌਨਰਾਡ ਸੰਗਮਾ। ਚੀਫ ਗਵਰਨਰ ਦਾ ਨਾਮ ਕਰ ਲੈਂਦੇ ਹਾਂ ਇਸ ਤੋਂ ਬਾਅਦ ਆਪਾਂ, ਸਤਿਆਪਾਲ ਮਲਿਕ। ਪਹਿਲਾਂ ਗੋਆ ਦੇ ਸੀਗੇ ਇਹ। ਅੱਛਾ, ਚੀਫ ਜਸਟਿਸ ਦੀ ਜੇ ਮੈਂ ਗੱਲ ਕਰਾਂ, ਵਿਸ਼ਵਨਾਥ ਸੁਮੰਦਰ, ਵਿਸ਼ਵਨਾਥ ਸੁਮੰਦਰ। ਦੇਖੋ, ਅੱਜ ਕੱਲ੍ਹ MCQs ਵਾਲੇ ਪਾਰਟ ਦੇ ਵਿੱਚ ਹੀ ਤੁਹਾਨੂੰ ਕਿੰਨੇ ਸਾਰੇ ਚੀਫ ਜਸਟਿਸ, CM, ਗਵਰਨਰਸ ਦੇ ਨੇਮ ਪਤਾ ਲੱਗ ਗਏ, ਹੈ ਨਾ। ਉਹਨਾਂ ਨੂੰ ਨੋਟ ਕਰੀ ਜਾਓ ਨਾਲ ਨਾਲ, ਕਿਉਂਕਿ ਪਹਿਲਾਂ ਵੀ ਕਰਾਏ ਹੋਏ ਨੇ। ਇੱਕ ਤਾਂ ਰੈਪੀਟੀਸ਼ਨ ਨਾਲ ਤੁਹਾਨੂੰ ਯਾਦ ਵਧੀਆ ਤਰੀਕੇ ਨਾਲ ਹੋ ਜਾਊਗਾ, ਫਿਰ ਨੋਟ ਕਰੀ ਜਾਓ ਹਰਜੀ ਕੀ ਹੈ ਨਾ ਉਹਦਾ। ਅੱਛਾ, ਤੇ ਇਸ ਕੁਐਸਚਨ ਦਾ ਆਨਸਰ ਮੈਨੂੰ ਕਮੈਂਟਸ ਦੇ ਵਿੱਚ ਦੱਸ ਕੇ ਜਾਈਓ, ਨਾਲੇ ਪਤਾ ਲੱਗ ਜੂ ਕਿੰਨੇ ਕੁ ਧਿਆਨ ਨਾਲ ਵੀਡੀਓ ਦੇਖੀ ਹੈ। ਹੋਪ ਸੋ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ MCQs ਦੀ ਰਿਵੀਜ਼ਨ ਹੋ ਗਈ ਹੋਊਗੀ। ਠੀਕ ਹੈ, ਜਿੰਨੇ ਵੀ ਮਾਰਕਸ ਤੁਹਾਡੇ ਬਣੇ ਨੇ ਲੋਇਲਟੀ ਨਾਲ ਮੈਨੂੰ ਆਨਸਰ ਦੇ ਕੇ ਜਾਈਓ ਕਮੈਂਟਸ ਦੇ ਵਿੱਚ ਕਿ ਕਿੰਨੇ ਮਾਰਕਸ ਤੁਹਾਡੇ 20 ਦੇ ਵਿੱਚੋਂ ਆਏ ਆ। ਠੀਕ ਹੈ, ਆਪਾਂ ਕਿਸੇ 'ਤੇ ਇੰਪਰੈਸ਼ਨ ਨਹੀਂ ਪਾਉਣਾ। ਦੇਖੋ, ਹੈ ਨਾ, ਆਪਾਂ ਨੂੰ ਆਪਣੀ ਮਾਰਕਸ ਦਾ ਐਨਾਲਿਸਿਸ ਹੋ ਜਾਊਗਾ, ਬਾਕੀ ਸਟੂਡੈਂਟਸ ਆਪਣੇ ਮਾਰਕਸ ਸ਼ੇਅਰ ਕਰਨਗੇ, ਤੁਹਾਨੂੰ ਖੁਦ ਦਾ ਪਤਾ ਲੱਗ ਜੂ ਕਿ ਆਪਾਂ ਕਿੱਥੇ ਕੁ ਸਟੈਂਡ ਕਰਦੇ ਹਾਂ, ਹੈ ਨਾ। ਅਤੇ ਫਿਰ ਦੂਜਿਆਂ ਦੇ ਮਾਰਕਸ ਦੇਖ ਕੇ ਵੀ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਹਾਂ ਵੱਧ ਤੋਂ ਵੱਧ ਪੜ੍ਹੀਏ, ਹੈ ਨਾ, ਕਿ ਦੂਜਿਆਂ ਦੇ ਇੰਨੇ ਆ ਤਾਂ ਸਾਡੇ ਵੀ ਹੋਣੇ ਚਾਹੀਦੇ ਆ। ਤਾਂ ਕਿ ਇਹਦੇ ਨਾਲ ਵੀ ਕੰਪੀਟੀਸ਼ਨ ਵੀ ਇਨਕਰੀਜ਼ ਹੁੰਦਾ ਅਤੇ ਤੁਹਾਡਾ ਮਤਲਬ ਕਿ ਇਹ ਕੰਪੀਟੀਸ਼ਨ ਪ੍ਰਤੀ ਕਿਊਰੀਓਸਿਟੀ ਵੀ ਇਨਕਰੀਜ਼ ਹੁੰਦੀ ਹੈ ਨਾ। ਤਾਂ ਆਪਣੇ ਮਾਰਕਸ ਸ਼ੇਅਰ ਕਰਕੇ ਜਾਈਓ। ਹੋਪਸ ਤੁਹਾਡੇ ਲਈ ਸੈਸ਼ਨ ਵਧੀਆ ਰਿਹਾ ਹੋਊਗਾ।
ਅਨਅਕੈਡਮੀ ਦੇ ਉੱਤੇ ਜੀ ਲਾਈਵ ਕਲਾਸਿਸ ਹੁੰਦੀਆਂ ਫਨਕਾਰ ਸਰ ਦੀਆਂ, ਐਜ਼ ਯੂ ਨੋ ਦੈਟ, ਠੀਕ ਹੈ। ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਇਸ ਦੇ ਉੱਤੇ ਤੁਸੀਂ ਤੁਹਾਨੂੰ ਕੋਈ ਡਾਊਟ ਵਗੈਰਾ ਹੋਵੇ ਵੀਡੀਓਜ਼ ਨਾਲ ਰਿਲੇਟਡ ਜਾਂ ਕੁਝ ਵੀ ਮਤਲਬ ਕਹਿੰਦਾ ਭਾਵ ਵੀ ਤੋਂ ਨਹੀਂ ਮਿਲ ਰਹੀਆਂ ਹੋਣ, ਤਾਂ ਉਹ ਤੁਸੀਂ ਡਾਊਟ ਕਲੀਅਰ ਕਰ ਸਕਦੇ ਹੋ। ਵਟਸਐਪ ਕਰ ਲਿਓ ਇਸ ਨੰਬਰ ਦੇ ਉੱਤੇ, ਓਕੇ। ਤੇ ਡਿਸਕ੍ਰਿਪਸ਼ਨ ਬਾਕਸ ਜ਼ਰੂਰ ਚੈੱਕਆਊਟ ਕਰ ਲਿਓ, ਕਾਫੀ ਸਾਰੇ ਲਿੰਕਸ ਤੁਹਾਨੂੰ ਉੱਥੇ ਮਿਲ ਜਾਣਗੇ। ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲ ਜੂਗਾ, ਉਹ ਲਿੰਕ ਜ਼ਰੂਰ ਉੱਤੇ ਜਾ ਕੇ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਿਓ, ਤੁਹਾਨੂੰ ਡੇਲੀ ਦੀ ਅਪਡੇਟ ਉੱਥੇ ਮਿਲ ਜਾਇਆ ਕਰੂਗੀ, ਠੀਕ ਹੈ। ਸਰ ਪਾਉਂਦੇ ਰਹਿੰਦੇ ਉਹਦੇ ਵਿੱਚ ਮਤਲਬ ਅਪਡੇਟ ਵਗੈਰਾ, ਉਹ ਚੈੱਕਆਊਟ ਕਰ ਲਿਓ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਵੀਕ ਦੇ ਵਿੱਚ ਤੁਹਾਡੀ ਕਿੰਨੇ ਕੁ ਵਧੀਆ ਤਰੀਕੇ ਨਾਲ ਤੁਸੀਂ ਕਰੰਟ ਅਫੇਅਰ ਪ੍ਰਿਪੇਅਰ ਕੀਤੇ ਆ। ਆਪਣਾ ਸੈਲਫ ਐਨਾਲਿਸਿਸ ਤੁਸੀਂ ਇਸ MCQ ਦੇ ਰਾਹੀਂ ਕਰ ਸਕਦੇ ਹੋ। ਆਪਣੇ ਮਾਰਕਸ ਸ਼ੇਅਰ ਕਰਕੇ ਜਾਈਓ, ਜਿਹੜਾ ਇੱਕ ਕੁਐਸਚਨ ਦਾ ਮੈਂ ਆਨਸਰ ਪੁੱਛਿਆ ਤਾਂ ਆਨਸਰ ਦੇ ਕੇ ਜਾਈਓ, ਠੀਕ ਹੈ ਜੀ। ਤੇ ਆਪਣੀ ਫੀਡਬੈਕ ਦੱਸ ਦਿਓ ਕਿ ਵਾਕਈ ਤੁਹਾਨੂੰ MCQs ਨਾਲ ਬੈਨੀਫਿਟ ਮਿਲ ਰਿਹਾ, ਕਰੰਟ ਅਫੇਅਰਸ ਬੈਟਰ ਵੇ ਨਾਲ ਸਮਝ ਆ ਰਿਹਾ ਜਾਂ ਕਿੱਦਾਂ, ਹੈ ਨਾ। ਆਪਣਾ ਫੀਡਬੈਕ ਦੇ ਜਿਓ। ਥੈਂਕ ਯੂ ਸੋ ਮਚ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ।